the session. Okay, thank you. उम्मीद है मेरी आवाज थोड़े तक पहुंच रही होगी। सारिਆਂ ਨੂੰ पूरी सात संगत ਨੂੰ मेरी दोनों हाथ जोड़ के सत श्री अकाल। वाहिगुरू जी का खालसा वाहिगुरू जी की फतेह। ਅੱਜ ਦਾ ਜਿਹੜਾ ਆਪਣਾ ਸੈਸ਼ਨ ਹੋਊਗਾ ਤਕਰੀਬਨ ਮੈਂ 45 ਮਿੰਟ ਦੇ ਕਰੀਬ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੂੰਗਾ। ਕੈਨੇਡਾ ਦੇ ਵਿੱਚ ਸਾਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਕੁਝ ਮਿਲਦੀਆਂ ਜੁਲਦੀਆਂ ਹੀ ਤੁਹਾਨੂੰ ਵੀ ਇਹੀ ਮੁਸ਼ਕਲਾਂ ਉੱਥੇ ਆ ਰਹੀਆਂ ਹੋਣੀਆਂ ਆਪਣੀ ਆਸਟ੍ਰੇਲੀਆ ਦੇ ਵਿੱਚ। ਸੋ ਇਸ ਕਰਕੇ ਮੈਂ ਤਕਰੀਬਨ ਜਦੋਂ ਵੀ ਬੋਲਦਾ ਚਾਹੇ ਉਹ ਅਮਰੀਕਾ ਦੀ ਸੰਗਤ ਹੋਵੇ ਚਾਹੇ ਉਹ ਕੈਨੇਡਾ ਦੀ ਹੋਵੇ ਅਕ੍ਰੋਸ ਕੈਨੇਡਾ ਤੇ ਜਾਂ ਹੁਣ ਆਸਟ੍ਰੇਲੀਆ ਦੀ ਆ ਆਪਾਂ ਜਿਹੜਾ ਕੁਝ ਪਿਛਲੇ 30 ਸਾਲਾਂ ਦੇ ਵਿੱਚ ਮੁਸ਼ਕਲਾਂ ਦੇ ਦੌਰਾਨ ਆਪਾਂ ਨਿਕਲੇ ਆ ਉਹਨਾਂ ਦਾ ਮੈਂ ਤੁਹਾਡੇ ਨਾਲ ਜਾਨੀ ਇੱਕ ਕਿਸਮ ਦੀ ਸਮਰੀ ਨਿਚੋੜ ਸਾਂਝਾ ਕਰ ਰਿਹਾ। ਸੋ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਉਹ ਮੇਰੀਆਂ ਆਪ ਦੀਆਂ ਨਹੀਂ ਗੀਆਂ ਉਹ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਜਾਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਗੁਰਬਾਣੀ ਦੇ ਆਧਾਰ ਦਿੱਤੇ ਆ। ਗੁਰੂ ਸਾਹਿਬਾਨ ਨੇ ਆਪਾਂ ਨੂੰ ਜਿਸ ਤਰੀਕੇ ਨਾਲ ਇੱਕ ਮਨੁੱਖ ਦੀ ਪਰਿਭਾਸ਼ਾ ਦਿੱਤੀ ਆ ਵੀ ਇੱਕ ਸਿੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇੱਕ ਇਨਸਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕੁਝ ਇਹ ਪੇਰੈਂਟਿੰਗ ਸੈਸ਼ਨ ਉਹਦੇ ਇਰਦ ਗਿਰਦ ਬੁਣੇ ਗਏ ਆ। ਇਹ ਅੱਜ ਆਪਣਾ ਪਹਿਲਾ ਸੈਸ਼ਨ ਆ। ਜੇ ਤੁਹਾਨੂੰ ਇਹ ਠੀਕ ਲੱਗਿਆ ਤੁਹਾਨੂੰ ਲੱਗਿਆ ਵੀ ਇਹ ਸਾਡੇ ਬੱਚਿਆਂ ਨੂੰ ਇੱਕ ਵਧੀਆ ਇਨਸਾਨ ਬਣਾਉਣ ਦੇ ਵਿੱਚ ਸਹਾਇਕ ਹੋਊਗਾ ਤਾਂ ਫਿਰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਆਪਣੀ ਮੈਲਬੌਰਨ ਵਾਲੇ ਹੋਰ ਵੀ ਇਸੇ ਤਰ੍ਹਾਂ ਹੀ ਪੇਰੈਂਟਿੰਗ ਸੈਸ਼ਨ ਆਰਗੇਨਾਈਜ਼ ਕਰ ਲੂਗਾ ਤੇ ਅਸੀਂ ਕੈਨੇਡਾ ਤੋਂ ਬੈਠ ਕੇ ਤੁਹਾਡੇ ਨਾਲ ਸਾਂਝਾ ਕਰ ਲਵਾਂਗੇ ਆਪਣੇ ਵਿਚਾਰ। ਤੇ ਜਦੋਂ ਕਦੇ ਮੌਕਾ ਮਿਲਿਆ ਕੋਵਿਡ ਦਾ ਜਾਨੀ ਲਾਕਡਾਊਨ ਜੀ ਖਤਮ ਹੋਈ ਉਦੋਂ ਫਿਰ ਆਪਾਂ ਮੈਂ ਪਰਸਨਲੀ ਵੀ ਮੈਂ ਪ੍ਰੋਮਿਸ ਕੀਤਾ ਹੋਇਆ ਪਰਮਿੰਦਰ ਹੋਣਾ ਨੂੰ ਵੀ ਮੈਂ ਆਸਟ੍ਰੇਲੀਆ ਵੀ ਜ਼ਰੂਰ ਆਊਂਗਾ ਤੇ ਉਦੋਂ ਆਪਾਂ ਥੋੜੇ ਜਿਹੇ ਖੁੱਲ ਕੇ ਬੈਠ ਕੇ ਵੀ ਵਿਚਾਰ ਕਰ ਸਕਦੇ ਹਾਂ। ਇੱਕ ਸਵਾਲ ਮੈਨੂੰ ਅਕਸਰ ਪੁੱਛਿਆ ਜਾਂਦਾ ਕਿ ਬੱਚਾ ਵਿਗੜ ਕਿਉਂ ਜਾਂਦਾ ਜਦੋਂ ਕਿ ਕੋਈ ਵੀ ਮਾਪਾ ਦੁਨੀਆ ਦੇ ਵਿੱਚ ਇਹ ਨਹੀਂ ਕਹਿੰਦਾ ਕਿ ਮੇਰਾ ਬੱਚਾ ਖਰਾਬ ਹੋਵੇ ਮੇਰਾ ਬੱਚਾ ਮਾੜੀ ਸੰਗਤ ਚ ਪਵੇ ਮੇਰਾ ਬੱਚਾ ਸ਼ਰਾਬ ਪੀਣ ਲੱਗ ਜੇ ਛੋਟਾ ਉਮਰ ਚ ਜਾਂ ਮੇਰਾ ਬੱਚਾ ਸਿਗਰਟਾਂ ਪੀਣ ਲੱਗ ਜੇ ਜਾਂ ਮੇਰਾ ਬੱਚਾ ਗਲਤ ਸੁਸਾਇਟੀ ਚ ਹੋਵੇ। ਲੇਕਿਨ ਆਪਾਂ ਸਾਰਾ ਕੁਝ ਚੰਗਾ ਸੋਚਦੇ ਹੋਏ ਸਮਝਦੇ ਹੋਏ ਗਾਈਡ ਕਰਦੇ ਹੋਏ ਕੀ ਰੀਜ਼ਨ ਆ ਕੇ ਬੱਚਾ ਉਧਰਲੇ ਪਾਸੇ ਨੂੰ ਤੁਰ ਪੈਂਦਾ ਔਰ ਆਪਾਂ ਨੂੰ ਫਿਰ ਬੜੀ ਪਰੇਸ਼ਾਨੀ ਹੁੰਦੀ ਆ ਵੀ ਸਾਡੇ ਘਰ 'ਚ ਤਾਂ ਕੋਈ ਇਹੋ ਜਿਹਾ ਕੰਮ ਕਰਦਾ ਹੀ ਨਹੀਂ ਤੂੰ ਕਿਉਂ ਐ ਕੰਮ ਕਰਦਾ ਤੈਨੂੰ ਕੀ ਤਕਲੀਫ ਆ ਕੀ ਨਹੀਂ ਅਸੀਂ ਤੇਰੇ ਲਈ ਕੀਤਾ। ਸੋ ਉਦੋਂ ਮੈਂ ਮਾਪਿਆਂ ਦੀ ਪਰੇਸ਼ਾਨੀ ਸਮਝਦਾ ਕਿ ਜਦੋਂ ਮਾਪੇ ਫਿਰ ਪਰੇਸ਼ਾਨ ਹੁੰਦੇ ਆ ਔਰ ਮਾਪੇ ਸੋਚਦੇ ਆ ਵੀ ਯਾਰ ਅਸੀਂ ਪੱਕੇ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਸਾਡੇ ਤੋਂ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਇਹਦੀ ਪਰਵਰਿਸ਼ ਕੀਤੀ ਆ ਪਰ ਇਹ ਕਿਸੇ ਹੋਰ ਪਾਸੇ ਨੂੰ ਨਿਕਲ ਚੱਲਿਆ। ਇੱਕ ਇਹ ਪ੍ਰੋਬਲਮ ਆ ਇਹਦਾ ਵੀ ਕੁਐਸਚਨ ਆਪਾਂ ਅੱਜ ਇਹਦਾ ਆਨਸਰ ਕਰਾਂਗੇ। ਦੂਜੀ ਚੀਜ਼ ਆ ਕਿ ਆਪਣੀ ਗੁਰਬਾਣੀ ਦੇ ਵਿੱਚ ਆਪਾਂ ਨੂੰ 6 ਚੀਜ਼ਾਂ ਆਪਣੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਕਿਹਾ ਵੀ ਇੱਕ ਹਿਊਮਨ ਬੀਇੰਗ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਉਹਨਾਂ ਨੇ ਇਹ ਨਹੀਂ ਕਿਹਾ ਵੀ ਹਿਊਮਨ ਬੀਇੰਗ ਨੂੰ ਤੁਸੀਂ ਇੱਕ ਡਾਕਟਰ ਬਣਾ ਲਓ ਜਾਂ ਇੰਜੀਨੀਅਰ ਬਣਾ ਲਓ ਜਾਂ ਉਹ ਬੜਾ ਵੱਡਾ ਬਿਜ਼ਨਸਮੈਨ ਹੋਵੇ। ਇਹ ਪਰਿਭਾਸ਼ਾ ਆਪਣੇ ਗੁਰੂ ਗ੍ਰੰਥ ਸਾਹਿਬ ਚੋਂ ਨਹੀਂ ਮਿਲਦੀ। ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਵਾਕ ਆ ਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਤੇ ਇਹ ਤਕਰੀਬਨ ਉਹਨਾਂ ਨੇ 6 ਪੁਆਇੰਟ ਦਿੱਤੇ ਆ। ਉਹ 6 ਪੁਆਇੰਟ ਦੇ ਇਰਦ ਗਿਰਦ ਹੀ ਮੇਰੀਆਂ ਸਾਰੀਆਂ ਜਿਹੜੀਆਂ ਆਉਣ ਵਾਲੇ ਟਾਈਮ 'ਚ ਜਿਹੜੀਆਂ ਆਪਣੀਆਂ ਪ੍ਰੈਜੈਂਟੇਸ਼ਨਸ ਹੋਣਗੀਆਂ ਉਹਦੇ ਤੇ ਆਧਾਰਿਤ ਹੋਣਗੀਆਂ। ਸੋ ਗੁਰੂ ਸਾਹਿਬ ਕਹਿੰਦੇ ਆ ਕਿ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਇਹ ਮਾਨਸ ਪ੍ਰਧਾਨ। ਹੁਣ ਕਿਹੜਾ ਮਾਨਸ ਪ੍ਰਧਾਨ ਆ ਕਿਹੜਾ ਵਧੀਆ ਇਨਸਾਨ ਆ ਜਾਨੀ ਸੁਪਰੀਮ ਹਿਊਮਨ ਬੀਇੰਗ ਦੀ ਡੈਫੀਨੇਸ਼ਨ ਕੀ ਆ। ਗੁਰੂ ਸਾਹਿਬ ਕੀ ਕਹਿੰਦੇ ਆ ਉਹ ਕਹਿੰਦੇ ਵੀ ਉਹ ਇਨਸਾਨ ਜਿਹੜਾ ਸੱਚ ਬੋਲਦਾ ਹੋਵੇ ਜਿਹਦੇ ਅੰਦਰ ਕੰਟੈਂਟਮੈਂਟ ਹੋਵੇ ਠਰਮਾ ਹੋਵੇ ਸੰਜਮ ਹੋਵੇ ਜਿਹੜਾ ਕਿਹੜੀ ਚੀਜ਼ ਦਾ ਇਸ਼ਨਾਨ ਕਰੇ ਪਾਣੀ ਤੇ ਸਾਬਣ ਨਾਲ ਨਹੀਂ ਗਿਆਨ ਤੇ ਧਿਆਨ ਨਾਲ ਇਸ਼ਨਾਨ ਕਰੇ। ਇਹਦਾ ਮਤਲਬ ਆ ਇੱਕ ਗਿਆਨ ਤੋਂ ਇੱਥੇ ਆਪਾਂ ਇਹਨੂੰ ਥੋੜਾ ਜਿਹਾ ਮੈਂ ਕਲੈਰੀਫਾਈ ਕਰ ਦਿੰਦਾ ਵੀ ਗੁਰੂ ਸਾਹਿਬ ਦਾ ਕੀ ਮਤਲਬ ਆ ਗਿਆਨ ਤੋਂ। ਇੱਕ ਗਿਆਨ ਆਪਾਂ ਨੂੰ ਬੱਚੇ ਨੂੰ ਸਕੂਲ ਭੇਜ ਕੇ ਮਿਲ ਜਾਂਦਾ ਬੱਚੇ ਨੂੰ ਉਹ ਇੰਜੀਨੀਅਰ ਵੀ ਬਣ ਸਕਦਾ ਉਹ ਸਾਈਕੈਟਰਿਸਟ ਬਣ ਸਕਦਾ ਉਹ ਪਲੰਬਰ ਬਣ ਸਕਦਾ ਉਹਨੇ ਜਿਹੜੀ ਚੀਜ਼ ਬਣਨੀ ਆ ਉਹ ਗਿਆਨ ਇੱਕ ਡਿਫਰੈਂਟ ਕਿਸਮ ਦਾ ਗਿਆਨ ਆ ਉਹਨੂੰ ਆਪਾਂ ਨੌਲੇਜ ਕਹਿ ਸਕਦੇ ਹਾਂ। ਪਰ ਇੱਕ ਹੁੰਦਾ ਸਿਆਣਾਪਣ ਵਿਜ਼ਡਮ ਉਹ ਗਿਆਨ ਦੀ ਗੁਰੂ ਸਾਹਿਬ ਗੱਲ ਕਰਦੇ ਆ ਵੀ ਕਿਵੇਂ ਪਤਾ ਲੱਗੂਗਾ ਕਿ ਤੁਹਾਡਾ ਬੱਚਾ ਸਿਆਣਾ
क्योंकि मैं अपनी जिंदगी दे विच, क्योंकि मेरा सोशल वर्क का प्रोफैशन आ, ते आम तौर ते मैनू काम करन नूं मिलदा जिहड़े जानी मैंटल इलनेस दे नाल ज़्यादा साडी स्पैशलिटी आ, एडिक्शन नाल साडी ज़्यादा स्पैशलिटी आ, ते सानूं साइकोलॉजी दे नाल ज़्यादा काम नूं मिलदा। और तुसीं हैरान होवोगे कि कनेडा च कोई भी साइकियाट्रिस्ट नहींगा जिहदा डिवोर्स नहीं होया। हालांकि उन्होंने तो साइकोलॉजी पढ़ी आ, उन्होंने तो अपनी वाइफ का जानी वो समझिया, या उन्हें अपने हसबैंड का समझिया, एंड यट साइकियाट्रिस्ट का भी डिवोर्स हो जाता। ਇਹਦਾ मतलब आ कि ਜਿਹੜਾ बुकिश नॉलेज आ, ਜਿਹੜਾ ਤੁਸੀਂ करियर वास्ते ਜਿਹੜਾ नॉलेज लेने हो, वो जिंदगी जीवन वास्ते इनफ नहींगा। ਵੱਡੇ ਵੱਡੇ ਸੀईਓਜ਼ ਦੇ ਦੇਖ ਲਓ डिवोर्स ਹੁੰਦੇ ਆ, ਐਕਟਰਸ ਦੇ डिवोर्स ਹੁੰਦੇ ਆ, ਜਿਨ੍ਹਾਂ ਕੋਲੇ ਬੇਇੰਤਹਾ ਪੈਸਾ, ਉਹਨਾਂ ਦਾ डिवोर्स हो जाता। सो ਇਹਦਾ मतलब ਆ ਜਿਹੜਾ ਸਿਆਣਪ ਆ, ਜਿਹਨੂੰ ਆਪਾਂ ਸਿਆਣਪ ਕਹਿੰਦੇ ਆ, ਆਪਣਾ ਬੱਚਾ ਸਿਆਣਪ ਹੋਣੀ ਚਾਹੀਦੀ ਆ। ਇਹ ਕੋਈ ਜ਼ਰੂਰੀ ਨਹੀਂਗਾ ਕਿ ਉਹ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ। ਹੁਣ ਕੁਐਸਚਨ ਹੈਗਾ ਕਿ ਆਪਣਾ ਸਾਰਾ ਜ਼ੋਰ ਲੱਗ ਜਾਂਦਾ ਬੱਚੇ ਨੂੰ ਇੰਜੀਨੀਅਰ ਤੇ ਡਾਕਟਰ ਬਣਾਉਣ ਨੂੰ। ਆਪਾਂ ਹਮੇਸ਼ਾ ਹੀ ਉਹਨੂੰ ਕਹਿੰਦੇ ਆ ਵੀ ਪੁੱਤ ਸਕੂਲ ਜਾਇਆ ਕਰ, ਚੰਗੀ ਸੰਗਤ ਚ ਰਿਹਾ ਕਰ, ਚੰਗਾ ਕੰਮ ਕਰਿਆ ਕਰ, ਤੂੰ ਮਾੜਾ ਕੋਈ ਕੰਮ ਨਹੀਂ ਕਰਨਾ। ਆਪਣਾ ਜ਼ੋਰ ਲੱਗ ਜਾਂਦਾ, ਪਰ ਆਪਾਂ ਇੱਕ ਵਾਰੀ ਵੀ ਬੱਚੇ ਨੂੰ ਨਹੀਂ ਕਹਿੰਦੇ ਵੀ ਆਪਾਂ ਨੂੰ ਸਿਆਣਪ ਵੀ ਚਾਹੀਦੀ ਆ। दूजा हैगा बाकी दे जानी पहला सच वरत, फिर संतोख तीरथ, फिर ज्ञान ध्यान इशनान, ते फिर जेडे दो पॉइंट आ वो बहुत जरूरी आ और वो अपने मिसिंग आ। एक हैगी आ कि दया। हुण अपने कल्चर दे विच दया दा जेड़ा पार्ट आ वो सिर्फ जनानियां तक ही सीमित रह गया। आपां मुंडियां दी परवरिश जदों करदे आ, उहदे विच असीं काइंड एंड केयरिंग एंड कंपैशन पैदा नहीं करते अपने मुंडियां च। इस करके जे तुसीं पंजाब दे विच झाती मारो तां कुड़ियां अपने मां बाप दी ज्यादा केयर कर रही मुंडियां नालों। यही साडे कनेडा दे विच जिहड़ा मतलब कि साडा शहर आ ब्रैम्पटन, उहदे च तकरीबन साडी 60% आबादी साउथ एशियन कम्यूनिटी दी आ। ते इत्थे बहुत सारे ऐसे अपने बजुर्ग आ जिहड़े कि अपने मुंडियां नालों अलग रहिंदे आ, ते उन्हां दीयां जिहड़ियां कुड़ियां वो आके उन्हां नूं देखभाल करदियां। ते दूसरी चीज फाइनल जिहड़ा पार्ट गुरु साहब ने कहा वो हैगा भी तुसीं बच्चे नूं सिखाया फॉरगिवनेस, तुसीं खुद ओहदियां गलतियां नूं माफ कीता। तुहाडे कोई रोल मॉडलिंग हैगी आ भी तुसीं जानी माफ कर सकदे हो किसी दा। सो सच ਇਹਦੇ ਤੇ ਬੱਚੇ ਨੂੰ ਇਹ ਸਿਖਾਣਾ ਵੀ ਤੂੰ ਸੱਚ ਕਰਤੇ ਖੜਨਾ। ਦੂਸਰਾ ਸੰਤੋਖ ਹੈਗਾ, ਕਿਵੇਂ ਪਤਾ ਲੱਗਦਾ ਕਿ ਬੱਚਾ ਕੰਟੈਂਟ ਆ? ਜਦੋਂ ਤੁਸੀਂ ਬੱਚੇ ਨੂੰ ਕਹਿੰਦੇ ਹੋ ਵੀ ਪੁੱਤ ਅੱਜ ਤੈਨੂੰ ਟੌਏ ਨਹੀਂ ਲੈ ਕੇ ਦੇਣਾ, ਤੈਨੂੰ ਪਿਛਲੇ ਹਫਤੇ ਅਸੀਂ ਟੌਏ ਲੈਤਾ, ਹੁਣ ਤੈਨੂੰ ਅਗਲੇ ਹਫਤੇ ਟੌਏ ਮਿਲੂਗਾ, तेरे नाल ऑलरेडी गल हुई आ, ते ओ बच्चे तो रुक नहीं हुंदा ते ओ रोंदा, बड़े बड़े अंजू सुटदा। हो सकदा जे तुसी बड़े मॉल च गए होवो तां उत्थे ओह फर्श ते भी लिट के ते उच्ची उच्ची रौला पावे मैं लैना आ टॉय मैं लैना, ते मसां तुसी ओनू खिच खुच के ते कार तक ओनू लैके आने हो। इहदा मतलब ओदी कंटेंटमेंट जिहड़ा गुरु साहब कहंदे आ भी ओहदे च संतोख होना चाहिदा, ਉਹ ਜਿਹੜੇ ਪਾਰਟ ਆ ਉਹਨੂੰ ਆਪਾਂ ਨੂੰ ਡਿਵੈਲਪ ਕਰਨਾ ਪਊਗਾ। ਵਰਨਾ ਆਪਣਾ ਬੱਚਾ ਵੱਡਾ ਹੋ ਕੇ ਕਦੋਂ, ਜਦੋਂ ਉਹ 12 ਸਾਲ ਤੋਂ ਲੈ ਕੇ ਤੇ 18 ਸਾਲ ਤੱਕ ਹੋਊਗਾ, ਆਪਣੇ ਗਲ ਉਠਾ ਦਊਗਾ, ਉਦੋਂ ਉਹ ਕਹੂਗਾ ਵੀ ਮੈਨੂੰ $500 ਦੇ ਨਾਈਕੀ ਸ਼ੂ ਲੈ ਕੇ ਦਿਓ ਤੇ ਮੈਨੂੰ $1200 ਦਾ ਆਈਫੋਨ ਲੈ ਕੇ ਦਿਓ। ਕਿਉਂ? ਕਿਉਂਕਿ ਉਹਦੀ ਜਿਹੜੀ ਸੰਤੋਖ ਆ, ਉਹਦਾ ਜਿਹੜਾ ਕੰਟੈਂਟਮੈਂਟ ਆ, ਉਹ ਅਸੀਂ ਡਿਵੈਲਪ ਨਹੀਂ ਕੀਤਾ। ਵੀ ਜੇ ਤੇਰੇ ਕੋਲੇ ਨਹੀਂ ਵੀ ਆਈਫੋਨ ਤਾਂ ਵੀ ਤੂੰ ਬਹੁਤ ਵਧੀਆ ਇਨਸਾਨ ਆ। ਆਈਫੋਨ ਨਾਲ ਤੂੰ ਬੈਟਰ ਇਨਸਾਨ ਨਹੀਂ ਬਣ ਸਕਦਾ, ਲੇਕਿਨ ਕਿਉਂਕਿ ਅਸੀਂ ਉਹਦੇ ਨਾਲ ਡੂੰਘਾਈ ਦੇ ਵਿੱਚ ਕਦੇ ਗੱਲ ਹੀ ਨਹੀਂ ਕੀਤੀ ਗੁਰਬਾਣੀ ਦੇ ਬਾਰੇ, ਤਾਂ ਇਸ ਕਰਕੇ ਉਹ ਵਿਚਾਰਾ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੇਰੇ ਮਾਪੇ ਇਹ ਕਿਉਂ ਮੈਨੂੰ ਨਾ ਕਰੀ ਜਾਂਦੇ। ਉਹਦਾ ਫਿਰ ਉਦੋਂ ਜਦੋਂ ਉਹ 17, ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਮਾਪਿਆਂ ਦਾ ਰਿਲੇਸ਼ਨਸ਼ਿਪ 16 ਸਾਲ ਤੋਂ ਲੈ ਕੇ ਤੇ 20 ਸਾਲ ਤੱਕ ਕੁੜੀਆਂ ਦਾ ਵੀ ਤੇ ਮੁੰਡਿਆਂ ਦਾ ਵੀ ਰਿਲੇਸ਼ਨਸ਼ਿਪ ਮਾਂ ਪਿਓ ਦੇ ਨਾਲ ਬੜਾ ਡਾਵਾਡੋਲ ਜਿਹਾ ਰਹਿੰਦਾ। ਕਿਸੇ ਦਿਨ ਉਹ ਚੰਗਾ ਹੋ ਜਾਂਦਾ, ਕਿਸੇ ਦਿਨ ਉਹ ਔਖੇ ਹੋ ਜਾਂਦੇ ਆ, ਕਿਸੇ ਦਿਨ ਉਹ ਬੋਲਣਾ ਹੀ ਨਹੀਂ ਚਾਹਦੇ, ਕਿਸੇ ਦਿਨ ਆਪਣੇ ਕਮਰੇ ਚੋਂ ਨਹੀਂ ਨਿਕਲਦੇ। ਤੇ ਜੇ ਮਾਂ ਪਿਓ ਜਾ ਕੇ ਦਰਵਾਜ਼ਾ ਖੜਕਾਉਂਦੇ ਆ ਵੀ ਆ ਜਾ ਪੁੱਤ ਰੋਟੀ ਖਾ ਲਾ, ਤੇ ਉਹ ਕਹਿੰਦਾ ਗੈਟ ਆਊਟ, ਲੀਵ ਮੀ ਅਲੋਨ, ਆਈ ਟੋਲਡ ਯੂ ਆਈ ਡੋਨਟ ਵਾਂਟ ਟੂ ਟਾਕ ਟੂ ਯੂ। ਫਿਰ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਨੂੰ ਸੁਣਾਉਂਦੇ ਆ। ਹੁਣ ਮੇਰਾ ਕੁਐਸਚਨ ਇਹ ਹੈਗਾ ਕਿ ਜਦੋਂ ਆਪਾਂ ਗੱਲ ਕਰਦੇ ਆ ਇਹ 6 ਚੀਜ਼ਾਂ ਦੀ ਜਿਹੜਾ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤਾ, ਇਹ ਇੱਕ ਤਾਂ ਤੁਸੀਂ ਘਰ ਲਿਖ ਕੇ ਰੱਖ ਲਓ। ਇਹ ਗੁਰੂ ਅਰਜਨ ਦੇਵ ਜੀ ਦੇ ਹੈਗਾ, यानी गुरु ग्रंथ साहब चो सच वरत, संतोख तीर्थ, ज्ञान ध्यान इशनान, दया देवता, खिमा जप माली, ए मानस प्रदान। आ 6 क्वालिटीज तुसी लिख के रख लेनी।
और ये क्वालिटीज तुसी बच्चे नाल डिस्कस करनी है भी सच की हुंदा, संतोख की हुंदा, विजडम ते नॉलेज दे विच फर्क की आ, ते ध्यान किवें लगाना, कॉन्सनट्रेट किवें करना, किसी चीज ते एकाग्रता, चित्त नूं एकाग्र किवें करना, ते फिर असीं दया किवें करनी आ, ते खिमा किवें करना, किसी नूं माफ किवें करना जदों कोई गलती करदा। ये जिहड़े 6 पार्ट आ ये अपनी गुरबाणी के आधार ते आ ते ये आपां नूं बच्चियां नूं दसना बहुत जरूरी आ कि हर एक सिख बच्चे नूं इन्हां चीज़ां दा पता होवे, तां फिर तुसीं देखोगे कि बच्चे की पर्सनैलिटी टोटली डिफरेंट डिवेलप होगी। फिर उन्होंने इस चीज का फिक्र नहीं होना कि मेरे नाइकी शूज किन्ने चंगे आ ते मेरा फलाना किन्ना चंगा, फिर उन्होंने ये होगा कि मम्मी डैडी मैं कित्थे जावां ते कित्थे मैं वॉलंटियर वर्क करा, मैं किवें लोकां दी सेवा कर सकदा। और अपने को मिसाल हैगी भाई कन्हैया जी की, वो बहुत अमीर खानदान चो सीगे भाई कन्हैया जी, लेकिन उन्होंने ये जिंदगी का फैसला किया कि असीं सारी उम्र पानी पिलाना और उहदे नाल तां असीं कोई सिख नहीं पैदा कर सके पानी पिलाने वाला। सो उस सेंस नूं जदों आपां देखदे हां कि बच्चे की पर्सनैलिटी किवें डिवेलप होवे, आ चीज़ां ते तुसीं गलबात करोगे तो तुहाडे बच्चे की पर्सनैलिटी डिफरेंट डिवेलप होगी। जे आ गल्लां बातां नहीं होणगियां फिर थोड़ी पर्सनैलिटी कमर्शलाइजेशन ते डिवेलप होगी बच्चे की। फिर वो डिमांड करूगा ममा आई वांट नाइकी शूज, ममा आई वांट दिस काइंड ऑफ जर्सी, ਜਾਂ आई वांट दिस एंड आई वांट दिस। फिर ਉਹਦੀ आई वांट ही नहीं खत्म होना क्योंकि वो कंटेंट नहींगा, ਉਹਦੇ अंदर ਸ਼ਰਮਾ नहींगा, संयम नहींगा। सो एक ਤਾਂ ਇਹ चीज मैं ਤੁਹਾਨੂੰ ਦੱਸਣਾ ਚਾਹੁੰਦਾ ਸੀ। दूसरी चीज फिर आप किसी दिन ਇਹਦੇ ਤੇ लंबा मतलब कि डीपर डिस्कशन भी कर सकते हैं बहुत डीप लैवल ते। ਤੇ दूसरी चीज आ गई कि ਜਿਹੜੀ मतलब कि मैं दसना चाहना एक चीज ਜਿਹਦੇ ਚ ਆਪਣੇ खास करके अपने सिख भाईचारे ਚ थोड़ी जी कमजोरी आ, वो ये हैगी आ कि ਜਦੋਂ ਬੱਚਾ ਖਰਾਬ ਹੁੰਦਾ ਉਹ ਇੱਕ ਦਿਨ नहीं खराब होया, ਉਹਦੀ ना एक पोजीशन बनती है बच्चे की खराब होती, पहला थोड़ा जिहा खराब होंदा, फिर थोड़ा जिहा ज्यादा खराब होंदा, फिर थोड़ा जिहा ज्यादा खराब होंदा, ते तुसीं ਉਹਦੇ खराबीपन नूं तुसीं टॉलरेट करना शुरू करते हैं। तुसीं बोलदे जरूर हो भी तू आ नहीं काम कर सकता, देख तू कल भी लेट आया सी, अज नहीं तू लेट आ सकता, ये बिल्कुल गलत गल आ, ये साडे घर च टॉलरेट नहीं हुंदा। पर तुसीं ਉਹਦੇ कोई कॉन्सीक्वेंसिस नहीं ਉਹਨੂੰ ਦਿੱਤੇ, ਤੁਸੀਂ फिर टॉलरेट कर लिया, वो 2 दिन बिल्कुल ठीक रहता, तीजे दिन मुड़ के रात को फिर नहीं घर आया, तुसीं ਉਹਨੂੰ कहने भी जे हुण तो घर ना आया तू मुड़ के साडे घर आइयो ही ना, वो 2 दिन फिर बाहर रहता, तीजे दिन फिर घर आ जाता। आ जिहड़ा सिस्टम आ ये फिर खराब किवें हुंदा बच्चा, ਇਹਦੇ ਤੇ भी एक फिर ਆਪਾਂ सैपरेट सैशन कर लांगे। ये सैपरेट इस करके हुंदा कि जदों असीं बच्चे नूं प्यार नहीं करते और असीं बच्चे नूं मोह करते हैं, और अपने गुरु साहब ने मना किया भी काम क्रोध लोभ मोह हंकार, वो जिहड़ा मोह आ उन्हां 5 चीज़ां वाला, वो जदों जे तुसीं परिवार दे विच अगर तुसीं उस बच्चे नूं मोह करते हो, चाहे वो कुड़ी आ चाहे वो मुंडा, ਉਹਨੇ बिगड़िया ही बिगड़िया, तुसीं बच्चे नूं मोह नहीं करना। सो तुहानूं ये डिफरेंस पता होना चाहिए कि प्यार किवें करीदा ते मोह किवें करीदा, ये बहुत इंपॉर्टेंट आ। प्यार करना एक वखरा विषा, एक वखरी दृष्टिकोण अप्लाई करने वाली गल आ, और आम तौर पे एक साधारण परिभाषा दे विच अपने आदमी आम तौर पे यह स्टेटमेंट दिंदे आ, ओ यार जिहड़ी बच्चियां दी मां ओही मैनूं कुछ करन नहीं दिंदी, ये बिल्कुल गलत गल आ। इहनूं कहंदे आ ब्लेम ते कंप्लेन करना। की करना? ब्लेम। ब्लेम दी पंजाबी की हुंदी आ? कंप्लेन तो हुंदा शिकायत, ब्लेम हुंदा इल्जाम लाना। ये 2 चीज़ां भी गुरु साहब ने मना कर दी। एक सिख कदे ब्लेम नहीं कर सकता, कदे कंप्लेन नहीं कर सकता। अपने घर च हुंदा ही है बच्चों नाल, वो तू यार पढ़दा नहीं गा, वो तू पढ़ लिया कर, कदे तां किताब चक लिया कर। आ जिहड़ी शब्दावली आ ये बच्चे दे जिहड़ी क्रिटिकल एनालिसिस आ बच्चे दा ओनू डिस्ट्रॉय कर दी। सो 2 चीज़ गुरु साहब ने ये भी मना करती, किहड़ियां? एक हैगा शिकायत करनी, एक हैगा ब्लेम करना। हुण शिकायत मैनूं जदों फोन आ गया कनेडा चों भी साडा बच्चा यार साडी गल नहीं मनदा, मैं कहा जी की करदा, किन्ने साल दा? ये जी 10 साल दा। मैं कहा की करदा? कहंदा जी ये टैलीविजन देखणों नहीं हटदा। मैं कहा फिर? मैं कहा किहदी प्रॉब्लम आ? कहंदे जी बच्चा असीं तां बथेरा इहनूं समझाणे सुणदा नहीं। मैं कहा जी प्रॉब्लम बच्चे दी नहीं थोड़ी आ।
कहते जी किवें, मैं कहा क्योंकि तुसी मैं कहा शिकायत करी जाने हो मेरे को बच्चे दियां, मैं कहा सोल्यूशन ते गल करो ना, शिकायत क्यों करते हो बच्चे की। सो ਉਹਦੇ ਤੇ ਵੀ ਆਪਾਂ ਗੱਲ ਕਰਾਂਗੇ, ਇੱਕ ਪੂਰਾ ਸੈਸ਼ਨ ਹੀ ਆਪਾਂ ਸੋਲੂਸ਼ਨ ਤੇ ਲਾਵਾਂਗੇ ਕਿ ਜਿਹੜੀ ਥਿੰਕਿੰਗ ਆ, ਜਿਹੜੀ ਗੁਰੂ ਸਾਹਿਬ ਨੇ ਆਪਾਂ ਨੂੰ ਥਿੰਕਿੰਗ ਦਿੱਤੀ ਆ, ਉਹ ਹੈਗੀ ਆ, ਉਹਦੀ ਅੰਗਰੇਜ਼ੀ ਚ ਟ੍ਰਾਂਸਲੇਸ਼ਨ ਬਣਦੀ ਹੈ ਸੋਲੂਸ਼ਨ ਫੋਕਸ। ਸੋਲੂਸ਼ਨ ਫੋਕਸ ਦਾ ਮਤਲਬ ਹੈਗਾ ਕਿ ਕੀ ਅਸੀਂ ਮੁਸ਼ਕਲਾਂ ਦੇ ਬਾਰੇ ਗੱਲ ਕਰਨੀ ਆ ਕਿ ਕੀ ਅਸੀਂ ਹੱਲ ਕੀ ਆ ਉਹਦੇ ਬਾਰੇ ਗੱਲ ਕਰਨੀ ਆ। ਹੁਣ ਜੇ ਤਾਂ ਤੁਹਾਡਾ ਨਜ਼ਰੀਆ ਮੁਸ਼ਕਲਾਂ ਬਾਰੇ ਆ, फिर तो मुश्किलों के बारे गल करोगे, साडा बच्चा पढ़ता नहीं, साडा बच्चा सौंदा नहीं, साडा बच्चा रोटी नहीं खाता, और देखो गुआंढियां दे बच्चे ने ए लै लिया, साडे तो बिजू जे तो पढ़ ही नहीं हुंदा, ते फलाना नहीं हुंदा, ते तिमका नहीं हुंदा, फिर तुसीं ऐ तय ला दोगे 25-30 ओदी लिस्ट बना दोगे, ते ओदे नाल की होऊगा, वो कहूगा चंगा जे तुसीं मेरे बारे यही सोची बैठे हो तो ठीक है। सो एक कुछ चीज़ां तुसीं याद कर लो, एक तो 6 चीज़ां गुरु साहब ने जिहड़ियां आपां नूं दित्तियां वो लिख लो, अज जाके अपने घर ला दो पोस्टर दीवारां ते। एक चीज रख लो कि मैं मोह नहीं करना अपने बच्चे नाल, और आने वाले टाइम ते इहदे ते बहुत डीप डिस्कशन कर सकते हैं कि प्यार दे विच और मोह दे विच अंतर की आ। इहदे ते आपां आने वाले टाइम च करांगे। तुसीं मोह नहीं करना, तुसीं बच्चे नूं प्यार करना। मोह दे विच बच्चे दे चपेड़ नहीं वजदी, प्यार दे विच बच्चे दे चपेड़ वज जांदी आ, मोह च नहीं वजूगी चपेड़। मोह च जे बच्चे ने एक्सीडेंट भी करता, नवी BMW भी तोड़ती ना, ओ यार कोई नहीं, बस दिन ही माड़े आए सी, साला ग्रोह ही आया रहिंदा साडे जवाकां दे, तां आ फलाने दा तां चंगा भला ऐ करके असीं साथ देना। ये मोह दियां कैटेगरीज आ। ते फाइनल जिहड़ा सीगा 2 चीज़ां होर तुसीं लिख के रख लो, वो हैगा ब्लेम ते कंप्लेन, शिकायत करनी ते इल्जाम लाना किसी होर ते। आम तौर ते कह दिंदे साडा मुंडा तां बड़ा ही बीबा है, साडे गुआंढियां दे मुंडे ने खराब कीता, ਇਹ ਤਾਂ ਬਹੁਤ ਸੋਹਣਾ ਸੀ ਪੜ੍ਹਨ ਨੂੰ, ਬਸ ਜਦੋਂ ਦਾ ਉਹ ਆਇਆ ਨਾ, ਬਸ ਨਾਂ ਸੀ ਬਚ ਗਿਆ ਸਾਡੇ ਮੁੰਡੇ ਦਾ। ਇਹਨੂੰ ਕਹਿੰਦੇ ਆ ਇਲਜ਼ਾਮ ਲਾਣਾ ਦੂਸਰੇ ਮੁੰਡੇ ਤੇ। ਆ ਚੀਜ਼ਾਂ ਆਪਾਂ ਨੇ ਗੌਰ ਕਰਨੀ ਆ, ਔਰ ਇਹਦੀ ਇੱਕ ਰੈਮੇਡੀ ਫਾਈਨਲ ਮੈਂ ਤੁਹਾਨੂੰ ਹੋਰ ਦੇ ਦਿੰਦਾ, ਤੇ ਫਿਰ ਆਪਾਂ ਅੱਜ ਦੇ ਸੈਸ਼ਨ ਤੇ ਜਾਵਾਂਗੇ। ਉਹ ਹੈਗੀ ਆ, ਹਰ ਇੱਕ ਸਿੱਖ ਦੇ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਆ। ਇੱਕ ਸੈਕਸ਼ਨ ਧਰਮ ਦਾ ਹੋਣਾ ਚਾਹੀਦਾ, एक सैक्शन फिलॉसफी का होना चाहिए, एक सैक्शन थोड़े जेडे आस्ट्रेलिया की सैटलमेंट आ, जिवें इंडिजिनस लोग आ, ब्लैक कम्यूनिटी आ, साउथ एशियन कम्यूनिटी आ, एक चैप्टर एक जड़ी पूरी शेल्फ उहदे ते होनी चाहिए। कोई ऐसा कमरा ना होवे थोड़े घर दे विच जिथे थोड़े लाइब्रेरी ना हो, फिर थोड़े बच्चों का प्यार किताबां नाल होऊगा, थोनू ये फिक्र नहीं होगा कि मेरा बच्चा PhD करूगा कि नहीं, उन्हें अपने आप ही पढ़न लग जाना। ये बहुत इंपॉर्टेंट है थोड़े वास्ते। सो जे तुसी चाहते हो कि मेरा बच्चा विद्वान बने, घर च लाइब्रेरियां बना दो, और थोड़े मैनू नहीं लगता कि थोड़ा $1000 भी लगूगा किताबां लैके। लेकिन मैं पिछले 30 सालों तो यह बेनती कर रहा अपनी साडी कनेडा की संगत नूं, मेरा ख्याल च 30 सालों के विच सिर्फ 100 परिवार ऐसे होणगे जिन्होंने मैनू फोन करके दसिया भी हाँ बलदेव भाई तुसी एक बारी सानू कहा सीगा, असी उसे दिन ही लाइब्रेरी बना ली सी, ते हुण असी बहुत सौख हाँ, साडे बच्चे बहुत वधिया ते इस तरीके नाल। सो मैं तुहानू भी यह बेनती करदा कि घर च होर कुछ होवे ना होवे, बैड भी ना होवे, बैठण नूं सोफा भी ना होवे, वो सब कुछ मंजूर आ, घर च किताबां ना होण ये मंजूर नहीं सिख दे घर च। सो ये चीज बहुत इंपॉर्टेंट है तुहाडे वास्ते कि तुहाडा बच्चा चाहे 6 महीने का या थोड़ा बच्चा 21 साल का, घर दे विच लाइब्रेरी बना लो, ओदी अलग लाइब्रेरी होवे, ओनू पता होवे भी मैं बुक चुकनी आ, मम्मी डैडी कोले जाना ते मम्मी डैडी मैनू पढ़नगे जां मैं बुक पढ़ूंगा। ये बहुत इंपॉर्टेंट है। तो हुण आपां अपने सैशन करनी चाहिए। सो ये हैगा अपना पेरेंटिंग इन आस्ट्रेलिया, चैलेंजेस इन दी साउथ एशियन कम्यूनिटी। अपना 16 चाहिए सीगा ते टेक्निकली, पर क्योंकि कल बनाई आ फिर ऑटोमैटिकली उत्थे आ गई। सो मेरी कोलीग भी मेरे नाल आ, अमनदीप कौर साडी पंजाबी कमेटी हेल्थ सर्विस दी चीफ ऑपरेटिंग ऑफिसर आ, ते वो भी अपने थोड़े जे जिथे लोड़ पई मैं उन्होंने भी कहूँगा भी वो अपने विचार देन, क्योंकि उन्होंने मेरे नाल एक लंबी जिंदगी का सफर आ, 30 साल ते उत्ते, ते असीं दोनों ने ही मतलब कि मेहनत करके पंजाबी कमेटी हेल्थ सर्विस बनाई है। सो मैं थोड़ा जिहा अज दे सैशन बारे करा।
सो ਇਹਦੇ ਵਿੱਚ ਚਾਰ ਚੀਜ਼ਾਂ ਤਕਰੀਬਨ ਆਪਾਂ ਨੂੰ ਚਾਹੀਦੀਆਂ ਕਿ ਕੀ ਚੀਜ਼ ਹੋਣੀ ਚਾਹੀਦੀ ਆ। ਆਪਾਂ ਨੂੰ ਇਹ ਹੁੰਦਾ ਕਿ ਪੰਜਾਬੀ ਦਾ ਕਲਚਰ ਦਾ ਆਪਣੇ ਬੱਚਿਆਂ ਨੂੰ ਪਤਾ ਲੱਗੇ। ਜਿਹੜਾ ਵਿਜ਼ਨ ਆ ਤੁਹਾਡੇ ਪਰਿਵਾਰ ਦਾ ਉਹ ਕੀ ਤੁਸੀਂ ਕਲੀਅਰਲੀ ਡਿਫਾਈਨ ਕਰਤਾ ਆਪਣਾ ਹਸਬੈਂਡ ਵਾਈਫ ਨੇ ਬੈਠ ਕੇ ਵੀ ਅਸੀਂ ਸਾਡਾ ਬੱਚਾ ਕਿਸ ਤਰ੍ਹਾਂ ਦਾ ਹੋਵੇ। ਜਿਵੇਂ ਹੁਣ ਮੈਂ ਤਕਰੀਬਨ ਮੇਰੀ ਉਮਰ 72 ਸਾਲ ਦੇ ਕਰੀਬ ਹੋ ਜਾਣੀ ਆ। ਅਸੀਂ ਜਦੋਂ ਸਾਡੇ ਹਜੇ ਬੱਚੇ ਵੀ ਨਹੀਂ ਸੀ ਹੋਏ ਅਸੀਂ ਬੈਠ ਕੇ ਦੋਨਾਂ ਨੇ ਇਹ ਡਿਫਾਈਨ ਕੀਤਾ ਸੀਗਾ ਵੀ ਸਾਨੂੰ ਜਦੋਂ ਅਸੀਂ ਬਜ਼ੁਰਗ ਏਜ 'ਚ ਪਹੁੰਚੇ ਅਸੀਂ ਕਿਸ ਤਰ੍ਹਾਂ ਦੇ ਬੱਚੇ ਚਾਹੁੰਦੇ ਆ। ਤਾਂ ਸਾਨੂੰ ਇਹ ਸੀਗਾ ਵੀ ਬੱਚੇ ਕੁਛ ਕਰਨ ਜਾਂ ਨਾ ਕਰਨ ਸਾਡੇ ਇਰਦ ਗਿਰਦ ਰਹਿਣ, ਸਾਡੇ ਨਾਲ ਵੀ ਭਾਵੇਂ ਨਾ ਰਹਿਣ ਪਰ ਸਾਡੇ ਇਰਦ ਗਿਰਦ ਰਹਿਣ, ਸਾਡੇ ਨਾਲ ਉਹਨਾਂ ਦਾ ਐਨ ਪਿਆਰ ਬਣਿਆ ਰਵੇ। ਸੋ ਉਸ ਚੀਜ਼ ਦੇ ਵਿੱਚ ਅਸੀਂ ਜਦੋਂ ਸਕਸੈਸਫੁਲ ਹੋਏ ਤਾਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਿ ਸਾਡਾ ਜਿਹੜਾ ਇਨੀਸ਼ੀਅਲ ਵਿਜ਼ਨ ਸੀਗਾ ਉਹ ਬਿਲਕੁਲ ਕਲੀਅਰ ਆ। ਤੇ ਤੁਸੀਂ ਆਪਣਾ ਇਹ ਵਿਜ਼ਨ ਡਿਫਾਈਨ ਕਰੋ 1-2 ਦਿਨਾਂ 'ਚ ਹੀ ਬੈਠ ਕੇ ਆਪਣੇ ਹਸਬੈਂਡ ਵਾਈਫ ਦੋਨੋਂ ਜਣੇ ਬੈਠ ਕੇ ਕਿ ਤੁਸੀਂ ਕਿਸ ਤਰ੍ਹਾਂ ਦਾ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦੀ ਜਾਂ ਤੁਹਾਡੀ ਪਰਵਰਿਸ਼ ਕਿਸ ਤਰ੍ਹਾਂ ਦੀ ਹੋਵੇ ਤੇ ਉਹਦਾ ਐਂਡ ਰਿਜ਼ਲਟ ਕੀ ਨਿਕਲੇ। ਤਾਂ ਇੱਕ ਤਾਂ ਸਾਨੂੰ ਸੀਗਾ ਕਿ ਬੱਚਿਆਂ ਨੂੰ ਪੰਜਾਬੀ ਕਲਚਰ ਦਾ ਪਤਾ ਲੱਗਣਾ ਚਾਹੀਦਾ। ਦੂਜਾ ਸੀਗਾ ਕਿ ਬੱਚਾ ਪੜ੍ਹਿਆ ਲਿਖਿਆ ਹੋਵੇ ਤਾਂ ਫਿਰ ਤੁਸੀਂ ਲਾਇਬ੍ਰੇਰੀ ਬਣਾ ਘਰ 'ਚ। ਤੇ ਜੇਕਰ ਤੁਸੀਂ ਮੇਰੇ ਪਿੱਛੇ ਦੇਖਦੇ ਹੋ ਇਹਦੇ 'ਚ ਲਾਇਬ੍ਰੇਰੀ ਆ, ਮੇਰੇ ਬੈਡਰੂਮ 'ਚ ਲਾਇਬ੍ਰੇਰੀ ਆ, ਬੱਚਿਆਂ ਦੇ ਹਰ ਇੱਕ ਦੇ ਕਮਰੇ 'ਚ ਲਾਇਬ੍ਰੇਰੀ ਆ, ਮੇਰੀ ਪੋਤੀ ਆ ਉਹਦੇ ਕਮਰੇ 'ਚ ਲਾਇਬ੍ਰੇਰੀ ਆ, ਹਰ ਇੱਕ ਕੋਈ ਨਹੀਂ ਬੇਸਮੈਂਟ ਆ ਉਹਦੇ 'ਚ ਲਾਇਬ੍ਰੇਰੀ ਆ, ਹਰ ਇੱਕ ਚੀਜ਼ 'ਚ ਲਾਇਬ੍ਰੇਰੀ ਆ। ਫਿਰ ਸੀਗਾ ਅਸੀਂ ਜਦੋਂ ਹਸਬੈਂਡ ਵਾਈਫ ਨੇ ਗੱਲਾਂ ਕੀਤੀਆਂ ਵੀ ਅਸੀਂ ਮੁੰਡੇ ਨੂੰ ਕੁੜੀਆਂ ਨਾਲੋਂ ਜ਼ਿਆਦਾ ਪਿਆਰ ਨਹੀਂ ਕਰਨਾ, ਅਸੀਂ ਦੋਨਾਂ ਨੂੰ ਇੱਕੋ ਜਿਹਾ ਕਰਾਂਗੇ। ਇਹ ਸਾਡਾ ਕੌਨਸ਼ੀਅਸ ਡਿਸੀਜਨ ਸੀਗਾ। ਸਾਡੇ ਹੁਣ ਮਤਲਬ ਕਿ ਜਿਹੜੇ ਮੇਰੇ ਦੋਨੋਂ ਮੁੰਡੇ ਆ ਉਹ ਕੁਕਿੰਗ ਵੀ ਕਰ ਲੈਂਦੇ ਆ, ਵਾਸ਼ਿੰਗ ਵੀ ਕਰ ਲੈਂਦੇ ਆ, ਬੱਚਿਆਂ ਦੀ ਟੇਕ ਕੇਅਰ ਵੀ ਕਰ ਲੈਂਦੇ ਆ, ਰੋਟੀ ਵੀ ਬਣਾ ਲੈਂਦੇ ਆ, ਸਾਰਾ ਕੁਝ ਕਰ ਲੈਂਦੇ ਆ। ਤੇ ਫਾਈਨਲੀ ਅਸੀਂ ਕਿਹਾ ਵੀ ਅਸੀਂ ਪੇਰੈਂਟਸ ਦੇ ਇੱਕ ਰੋਲ ਮਾਡਲ ਹੋਣੇ ਚਾਹੀਦੇ ਆ। ਕੱਲ ਨੂੰ ਅਸੀਂ ਇਹ ਨਹੀਂ ਕਹਿ ਸਕਾਂਗੇ ਵੀ ਜੇ ਮੈਂ ਸ਼ਰਾਬ ਪੀਣਾ ਤਾਂ ਕੱਲ ਨੂੰ ਮੇਰੀ ਕੁੜੀ ਆ ਕੇ ਪੀਵੇ ਤਾਂ ਮੈਂ ਉਹਨੂੰ ਨਹੀਂ ਕਹਿ ਸਕਦਾ ਵੀ ਤੂੰ ਕਿਉਂ ਸ਼ਰਾਬ ਪੀਣੀ ਆ। ਉਹ ਕਹੂਗੀ ਡੈਡ ਤੁਸੀਂ ਵੀ ਤਾਂ ਪੀਂਦੇ ਹੋ। ਫਿਰ ਮੇਰੇ ਕੋਲ ਕੋਈ ਅਥਾਰਟੀ ਨਹੀਂ ਰਹਿ ਜਾਂਦੀ ਇਹ ਗੱਲ ਕਹਿਣ ਦੀ ਵੀ ਤੂੰ ਨਾ ਨਹੀਂ ਕਰਨਾ। ਨੈਕਸਟ ਹੈਗਾ ਇੱਕ ਪ੍ਰੋਸੀਡ ਮਾਡਲ ਆ, ਉਹ ਸਾਡੇ ਹੈਲਥ 'ਚ ਬਹੁਤ ਯੂਜ਼ ਹੁੰਦਾ। ਸੋ ਉਸ ਨੂੰ ਅਗਰ ਆਪਾਂ ਦੇਖੀਏ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਸਾਨੂੰ ਲਿਸਨ ਕਰੇ, ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਬੱਚਾ ਤੁਹਾਨੂੰ ਲਿਸਨ ਕਰੇ, ਇਹ ਤੁਹਾਡਾ ਐਂਡ ਗੋਲ ਆ, ਤਾਂ ਤੁਹਾਨੂੰ ਬੱਚੇ ਨੂੰ ਲਿਸਨਿੰਗ ਸਿਖਾਉਣੀ ਚਾਹੀਦੀ ਆ। ਲੇਕਿਨ ਆਪਾਂ ਉਦੋਂ ਖੁਸ਼ ਹੁੰਦੇ ਆ ਜਦੋਂ ਬੱਚਾ ਕਹਿੰਦਾ ਮਾਮਾ ਪਾਪਾ। ਅਸੀਂ ਉਹਦੇ ਸੁਣਨ ਤੇ ਕਦੇ ਗੱਲ ਨਹੀਂ ਕਰਦੇ ਵੀ ਯਾਰ ਇਹ ਸੁਣਦਾ ਕਿਉਂ ਨਹੀਂ ਤੂੰ ਸਾਡੀ ਗੱਲ। ਤੇ ਜੇ ਕਰਦੇ ਵੀ ਆ ਤਾਂ ਉਹ ਵੀ ਇੱਕ ਕਿਸਮ ਦੀ ਸ਼ਿਕਾਇਤ ਹੀ ਹੁੰਦੀ ਆ ਤੇ ਇਲਜ਼ਾਮ ਹੀ ਲੱਗਦਾ। ਲੇਕਿਨ ਸਿਖਾਉਂਦੇ ਨਹੀਂ ਅਸੀਂ ਉਨੀ ਮਿਹਨਤ ਨਾਲ ਕਦੇ ਵੀ ਬੱਚੇ ਨੂੰ ਨਹੀਂ ਸਿਖਾਇਆ ਜਿੰਨੀ ਮਿਹਨਤ ਨਾਲ ਅਸੀਂ ਉਹਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਹਰ ਇੱਕ ਮਾਪਾ ਮਿਹਨਤ ਕਰਦਾ, ਉਹ ਹੈਗਾ ਬੱਚੇ ਦਾ ਡਾਇਪਰ ਛਡਾਣਾ। ਉਸ ਤੋਂ ਬਾਅਦ ਮਾਪਿਆਂ ਦੀ ਮਿਹਨਤ ਖਤਮ ਹੋ ਜਾਂਦੀ ਆ। ਔਰ ਤੁਹਾਨੂੰ ਪਤਾ ਜਿਨ੍ਹਾਂ ਦੇ ਬੱਚੇ ਆ ਕਿ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ ਬੱਚੇ ਨੂੰ ਟਾਇਲਟ ਟ੍ਰੇਨਿੰਗ ਦੇਣ ਵਾਸਤੇ। ਇਸੇ ਤਰ੍ਹਾਂ ਹੀ ਲਿਸਨਿੰਗ ਆ, ਲਿਸਨਿੰਗ ਦੇ 3 ਪਾਰਟ ਆ ਆਪਣੇ ਅਗੇਨ ਆਪਣੇ ਗੁਰੂ ਸਾਹਿਬ ਕਹਿੰਦੇ ਆ। ਸੋ ਪਹਿਲਾ ਪਾਰਟ ਆ ਕਿ ਤੁਹਾਡੇ ਕੰਨ 'ਚ ਆਵਾਜ਼ ਪਈ। ਸੈਕੰਡ ਪਾਰਟ ਆ ਉਸ ਆਵਾਜ਼ ਨੂੰ ਤੁਸੀਂ ਦਿਮਾਗ ਦੇ ਵਿੱਚ ਰਿੜਕਿਆ, ਹਿਲਜੁਲ ਪੈਦਾ ਹੋਈ ਤੁਹਾਡੇ ਦਿਮਾਗ 'ਚ। ਤੀਜਾ ਪਾਰਟ ਲਿਸਨਿੰਗ ਦਾ ਇਹ ਆ ਕਿ ਤੁਸੀਂ ਉਸ ਹਿਲਜੁਲ ਨੂੰ ਦੇ ਉੱਤੇ ਐਕਟ ਕੀਤਾ। ਹੁਣ ਇਹਦੀ ਮੈਂ ਤੁਹਾਨੂੰ ਇੱਕ ਮਿਸਾਲ ਦੇ ਕੇ ਦੱਸਦਾ ਫਿਰ ਤੁਹਾਨੂੰ ਸਮਝ ਆਊ। ਮਾਂ ਨੇ ਕਿਹਾ ਵੀ ਬੇਟੇ ਟੈਲੀਵਿਜ਼ਨ ਬੰਦ ਕਰੋ, ਇੱਥੇ ਟੇਬਲ ਤੇ ਆ ਕੇ ਰੋਟੀ ਖਾਓ। ਹੁਣ ਬੱਚੇ ਨੇ ਸੁਣ ਲਿਆ ਵੀ ਮਾਂ ਨੇ ਕਿਹਾ ਕੁਛ, ਬੱਚੇ ਨੇ ਸੋਚਿਆ ਆਪਣੇ ਦਿਮਾਗ ਦੇ ਵਿੱਚ, ਮਾਂ ਨੇ ਇਹ ਕਿਹਾ ਵੀ ਤੁਸੀਂ ਟੀਵੀ ਬੰਦ ਕਰੋ ਤੇ ਟੇਬਲ ਤੇ ਆ ਕੇ ਰੋਟੀ ਖਾ ਲਓ। ਬੱਚਾ ਅੱਗੇ ਪਤਾ ਕੀ ਕਹਿੰਦਾ, ਮਮ ਕੈਨ ਆਈ ਹੈਵ 5 more minutes। ਕੀ ਇਹ ਹੁੰਦਾ ਤੁਹਾਡੇ ਨਾਲ? ਅਗਰ ਇਹ ਹੁੰਦਾ ਤਾਂ ਇਹਦਾ ਮਤਲਬ ਤੁਹਾਡਾ ਬੱਚਾ ਲਿਸਨ ਨਹੀਂ ਕਰ ਰਿਹਾ।
अगर ये हुंदा ਇਹਦਾ मतलब ਤੁਹਾਡਾ ਬੱਚਾ ਲਿਸਨ नहीं कर रहा, ਕੱਲ ਨੂੰ ਤੁਹਾਨੂੰ ਪ੍ਰੋਬਲਮਸ ਆਈਆਂ ਹੀ ਆਈਆਂ, क्योंकि ਉਹਦਾ ਇਹ ਕਹਿਣਾ ਵੀ give me 5 more minutes, ਉਹ ਕਹਿੰਦਾ ਵੀ ਮੈਂ ਮਾਂ ਦੀ ਗੱਲ ਮੰਨਣੀ ਨਹੀਂ। ਜੇ ਫਾਦਰ ਨੇ ਵੀ ਕਿਹਾ ਹੁੰਦਾ ਤਾਂ ਉਹਨੇ ਫਾਦਰ ਨੂੰ ਵੀ ਕਹਿਣਾ ਸੀ ਡੈਡ ਡੈਡ ਪਲੀਜ਼ 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 ਕੈਨ ਆਈ ਹੈਵ 5 more minutes, तो ਤੁਸੀਂ कहना ਸੀ ਚੰਗਾ ओके नो more 5 minutes। मैं ਤੁਹਾਨੂੰ ਅੱਜ ਇਹ ਦੱਸਣਾ ਚਾਹਨਾ ਕਿ ਇੱਕ ਵਾਰੀ ਜਦੋਂ ਤੁਸੀਂ ਬੋਲਤਾ वो पत्थर ते लकीर होनी चाहिए, मुड़ के नहीं चेंज करना अपना लफ्ज, वरना बच्चे नूं ये आदत पै जूगी कि ओके जे मेरे मम डैड कहते हैं अभी यू कैन ओनली वॉच 1 आवर, तो मैं 15 मिनट का होर ले जाऊंगा ना खिच तू के। फिर वो हर एक चीज च 15 मिनट करूगा, हर एक चीज च वो लेट करया करूगा, हर एक चीज च तुहानूं दुखी करया करूगा। सो बेस्ट चीज ये आ, जे तुसीं उहनूं कहा शट डाउन द टीवी एंड कॉमेडी, उदों शट डाउन द टीवी एंड कॉमेडी, दैट्स इट। No more जो कहता can I have 5 more minutes, उनको sorry no deal, come on let's go। हुन जे तुसी मोह करोगे फिर तुसी कहोगे यार 5 मिनट नाल की होना, कर ला यार ओके चल 5 मिनट तो ज्यादा ना लाई, आ जा 5 मिनट बाद आ जी। और फिर 36 तरह के होर कई कुछ अपनियां हैगियां, पर क्योंकि अपने को टाइम ही उन्ना हुंदा ते फिर मैं बालियां एग्जांपल्स नहीं दिंदा। फिर सैकंड हैगा कि अपना बच्चा एक खास उम्र तक स्कूल जाता प्यार नाल, उस तो बाद प्यार च स्कूल ओदे च जांदा नहीं, स्कूल फिर ओदे ओदियां बहुत सारियां जानी प्रॉब्लम्स आ जांदियां उस बच्चे दियां। छोटा हुंदा जांदा बच्चा ऐ तैयार हुंदा, भजना पईयां हुंदियां भी मैं तैयार होके टाइम सिर जाना। जदों बच्चा मिडल स्कूल ते हाई स्कूल च पहुंचदा ओदा एजुकेशन करनी जी नहीं करदा वाला। क्यों नहीं करता? हुण सवाल ये पैदा हुंदा क्यों नहीं करता? जो छोटा हुंदा इन्ना सोहना सी पढ़न नूं ते वड्डे होके ग्रेड 9 10 11 12 च उहनूं की हो जांदा उस बच्चे नूं? व्हाट हैपन्स? ते उदों क्यों वो होर पासे नूं तुर पैंदा? उदों वो फिर कई बारी बाहर जाण नूं ज्यादा हुंदा, मूवियां नूं हुंदा, 2-2 घंटे वो वाशरूम च पानी पा पा के नहाई तुरिया जांदा। ਇਹੋ ਜਿਹੀਆਂ ਜਿਹੜੀਆਂ ਇਹ ਆਦਤਾਂ ਮਾਪਿਆਂ ਨੂੰ ਤੰਗ ਕਰਦੀਆਂ, ਇਹਦਾ ਇਲਾਜ ਇਹੀ ਆ ਕਿ ਤੁਸੀਂ ਉਹਨੂੰ ਐਜੂਕੇਸ਼ਨ ਦੀ ਮਹੱਤਤਾ ਨਹੀਂ ਸਿਖਾ ਸਕੇ ਬੱਚੇ ਨੂੰ ਕਿ ਉਹਨੇ ਸਕੂਲ ਜਾਣਾ ਹੀ ਕਿਉਂ ਆ, ਕਿਉਂਕਿ ਇਹਦੇ ਬਾਰੇ ਤਾਂ ਆਪਾਂ ਗੱਲ ਹੀ ਨਹੀਂ ਕੀਤੀ। ਆਪਾਂ ਤਾਂ ਇਹ ਕਹਿੰਦੇ ਆ ਵੀ ਪੁੱਤ ਤਿਆਰ ਹੋ ਕੇ ਜਾਈਦਾ, ਉੱਥੇ ਕਿਸੇ ਨਾਲ ਲੜੀਦਾ ਨਹੀਂ, ਚੰਗੇ ਬੱਚੇ ਬਣੀਦਾ, ਟੀਚਰ ਦੀ ਗੱਲ ਮੰਨੀਦੀ ਆ ਤੇ ਆਪਣਾ ਹੋਮਵਰਕ ਟਾਈਮ ਸਿਰ ਕਰੀਦਾ, ਆ ਆਪਾਂ ਉਹਨੂੰ ਸਿੱਖਿਆ ਦਿੰਦੇ ਆ। ਪਰ ਕਿਉਂ ਇਹ ਸਾਰਾ ਕੁਝ ਕਿਉਂ ਕਰਨਾ, ਇਹਦੇ ਬਾਰੇ ਕਦੇ ਗੱਲ ਕੀਤੀ ਹੈ ਫਿਲੋਸੋਫੀਕਲ ਵੀ ਐਜੂਕੇਸ਼ਨ ਦੀ ਜ਼ਰੂਰਤ ਕੀ ਆ? ਜੇ ਤੁਹਾਡੇ ਬੱਚੇ ਨੂੰ ਇਹ ਨਾ ਪਤਾ ਲੱਗਿਆ ਵੀ ਮੈਂ ਐਜੂਕੇਸ਼ਨ ਕਿਉਂ ਕਰਨੀ ਆ ਤੇ ਮੈਂ ਸਕੂਲ ਜਾਣਾ ਹੀ ਕਿਉਂ ਆ, ਉਹਨੇ ਕਿਸੇ ਨਾ ਕਿਸੇ ਦਿਨ ਉਹਨੇ ਆਪਣਾ ਬ੍ਰੇਕਾਂ ਲਾ ਦੇਣੀਆਂ ਉੱਥੇ, ਐਂਡ that becomes very problematic if that happens। ਫਿਰ ਤੁਸੀਂ ਬਹੁਤ ਜ਼ਿਆਦਾ ਫਰਸਟ੍ਰੇਟ ਹੋਵੋਗੇ। ਫਿਰ ਆ ਜਿਹੜਾ ਪਾਰਟ ਹੈਗਾ our child should not consume alcohol or drugs। मैनू आस्ट्रेलिया दे यानी रिसर्च का नहीं पता, पर कनेडा च 8 साल का बच्चा मैरिजुआना ट्राई कर रहा, 8 साल का बच्चा कनेडा च। साडे मैरिजुआना लीगल आ, और बच्चे ग्रेड 12 दे ग्रेड 11 12 दे बच्चे ਨੂੰ ਮੈਰਿजुआना ਦੇ ਬਾਰੇ ਟੀਚਰ ਨਾਲੋਂ ਜ਼ਿਆਦਾ ਪਤਾ। ਜੇ ਤੁਸੀਂ ਉਹਨੂੰ ਕਹੋਗੇ ਵੀ ਤੂੰ ਮੈਰਿजुआना ਨਹੀਂ ਪੀਣਾ, ਉਹ ਕਹੂਗਾ ਮੈਂ ਤੁਹਾਨੂੰ ਰਿਸਰਚ ਸਟੱਡੀ ਦਿਖਾਣਾ ਇਹ ਤੁਹਾਡੇ ਲਈ ਚੰਗੀ ਕਿਵੇਂ ਆ, ਉਹ ਤੁਹਾਡੇ ਮੂਹਰੇ ਕੱਢ ਕੇ ਪੇਪਰ ਰੱਖ ਦਿੰਦਾ, ਆ ਲਓ ਦਿੰਦਾ। ਸਾਡੇ ਤਾਂ ਹੋਰ ਵੀ ਪ੍ਰੋਬਲਮ ਆ, ਕਿਉਂਕਿ ਸਾਡੇ ਤਾਂ ਲੀਗਲ ਹੋ ਗਿਆ। ਉਹ ਕਹਿੰਦੇ ਵੀ ਜੇ ਇਹ ਮਾੜੀ ਹੁੰਦੀ ਤਾਂ ਗਵਰਨਮੈਂਟ ਇਹਨੂੰ ਲੀਗਲ ਕਿਉਂ ਕਰਦੀ? ਸੋ ਪੇਰੈਂਟਸ ਕੋਲੇ ਕੋਈ ਅਥਾਰਟੀ ਨਹੀਂ ਰਹੇਗੀ ਕਿਸੇ ਕਿਸਮ ਦੀ ਇਹ ਕਹਿਣ ਵਾਸਤੇ ਕਿ ਤੁਸੀਂ ਮੈਰਿजुआना ਨਹੀਂ ਸਮੋਕ ਕਰਨਾ, ਵੀ ਸਿੱਖ ਨਹੀਂ ਕਰਦੇ। ਉਹ ਕਹਿੰਦੇ ਨੋ ਵੀ ਡੋਨਟ ਬਿਲੀਵ ਇਨ ਇਟ। ਸੋ ਯੂ ਆਰ ਫਾਈਟਿੰਗ ਏ ਲੂਜ਼ਿੰਗ ਬੈਟਲ। ਉਸ ਬੈਟਲ ਤੋਂ ਤੁਸੀਂ ਹਾਰਨ ਦੀ ਬਜਾਏ ਤੁਹਾਨੂੰ ਜਦ ਤੱਕ ਤੁਸੀਂ ਉਹ ਜਿੱਤਦੇ ਨਹੀਂ, ਉਹਦਾ ਇੱਕੋ ਹੀ ਇੱਕ ਇਲਾਜ ਆ ਕਿ ਤੁਸੀਂ ਆਪਣਾ ਜਿਹੜਾ ਤੁਸੀਂ ਆਪਣਾ ਰੋਲ ਮਾਡਲਿੰਗ ਰੱਖਣੀ ਆ ਉਹ ਬਹੁਤ ਇੰਪੋਰਟੈਂਟ ਆ। ਤੇ ਘਰ ਦੇ ਵਿੱਚ ਤੁਹਾਡੀ ਕੋਈ ਅਲਕੋਹਲ ਨਹੀਂ ਹੋਣੀ ਚਾਹੀਦੀ, कोई किसी किस्म का थोड़ा नहीं होना चाहिए। ते बाकी दा जेड़ा फाइनल पॉइंट आ इसदा जेड़ी एंड की होना चाहिए भी साडा बच्चा डिसिप्लिनड होवे। क्यों डिसिप्लिनड होवे?
तो फिर वो की सौंदा ते उठदा टाइम सिर आ? की ਉਹਦਾ होमवर्क स्कूल का अपने आप कंप्लीट किया हुंदा? की ਉਹਨੂੰ पता ਉਹਨੇ किन्नी टेक्नोलॉजी यूज करनी है? हुण अपनी तीनों चीज़ों की प्रॉब्लम है। एक तो बच्चा सवेरे उठता नहीं, हुण किन्नी साल का बच्चा आपे रोटी खा सकता? 2 साल का बच्चा 2 साल का आपे उन्होंने अगर तुसी कुर्सी से बिठा दो, वो सामने ट्रे ला दो, उन्होंने रोटी चूर के घ्यो च लपेट के दे दो, उन्होंने चक के मूँह च पा लेनी चाहिए है बच्चे। पर असीं ऐ करते हैं? नो, असीं नहीं करते। सानू ये डर हुंदा भी ये मूँह सिर लपेट लूगा। साडा मतलब कि इत्थों तक माड़ी हालत आ कि 8 साल के बच्चे दे मूँह दे विच लंगर हाल च तुसी बुरकियां पादे देख सकते हो। इहनूं कहंदे आ ममता ते मोह करना। हुण उस बच्चे की आई हैंड कोऑर्डिनेशन बन ही नहीं सारी उम्र जोर ला लवे। क्यों? क्योंकि तुसी उन्हें खाण ही नहीं देंदे। दूसरी चीज, दूजी प्रॉब्लम की आ, अगर तुसी बच्चे के मुंह दे विच बुरकियां पाने हो, ਉਹਦੇ ਨਾਲ एक होर प्रॉब्लम जिहड़ी मानसिक तौर पर पैदा हुंदी आ साइकोलॉजी की, वो की आ, वो हैगी कि बच्चे की सेंस ऑफ एंटाइटलमेंट बहुत वध जाती आ। तुसी कदे लुक के देखियो किसी दिन ਜਦੋਂ कोई मां अपने 7-8 साल के बच्चे नूं, चाहे वह कुड़ी है चाहे वह मुंडा, ਉਹਦੇ ਮੂੰਹ ਚ ਬੁਰਕੀਆਂ ਪਾਉਂਦੀ ਹੈ ਲੰਗਰ ਹਾਲ ਚ, ਤੁਸੀਂ ਮਾੜਾ ਜਿਹਾ ਲੁੱਕ ਕੇ ਗੌਰ ਨਾਲ ਦੇਖਿਓ। ਉਹ ਬੱਚੇ ਨੇ ਜੇ ਦਾਲ ਪਈ ਆ ਤੇ ਦਾਲ ਨਾਲ ਮਾਂ ਉਹਦੇ ਬੁਰਕੀ ਪਾਣਾ ਚਾਹਦੀ ਆ, ਉਹ ਬੁੱਲ ਘੁੱਟ ਲੈਂਦਾ ਐ ਕਰਦੇ, ਤੇ ਮਾਂ ਕਹਿੰਦੇ ਨਹੀਂ ਪੁੱਤ ਤੂੰ ਖਾ, ਕਹਿੰਦਾ ਨਹੀਂ, ਓਏ ਹੋਏ ਇਹ ਦਾਦੇ ਮੰਗਾਣੇ ਨੇ, ਇਹਨੇ ਤਾਂ ਖਾਣਾ ਹੀ ਨਹੀਂ। ਫਿਰ ਉਹ ਕਹਿੰਦੀ ਓਕੇ ਚੱਲ ਮੈਂ ਤੈਨੂੰ ਖੀਰ ਦੇਣੀ ਆ, ਫਿਰ ਬੜੀ ਸੋਹਣੀ ਖਾ ਲੈਂਦਾ। ਇਹਦਾ मतलब वो 8 साल का बच्चा मां नूं ये दस रहा कि मैं कंट्रोल करदा, तू मेरे मुंह च की पाएगी। ते जे 8 साल का बच्चा कंट्रोल कर रहा थानू, ते 16 का की करूं? फिर वो गर्लफ्रेंड ले आऊगा घर, कहूगा ले आंदी मैं तेरी नो, मां आदि उतार ला आरती। That's what happens in Canada. So मैं कैनेडा दी तुहानू एग्जांपल दे रहा, this is exactly what happens here. तो तुसी ये गलतियां ना करो जे तुहाडे बच्चे हजे छोटे आ। 7 साल के बच्चे की मैं कहना 2 साल तो बाद, जे 3 साल का बच्चा हो गया, सेंस ही नहीं बनती कि तुसी ओदी रोटी खाओ, ओदे मुंह च बुरकी पाओ। तुसी ओनू ट्रेन करो कि अपने जुत्ते भी आप पावे, वो अपनी जिप भी लावे, वो अपने कपड़े भी पिक करे। उन्हें पूछो भी पुत्त तू ना लिया, हुण तू दस किहड़े कपड़े पाएगा? उन्हें दियो, उन्हें यही एबिलिटी दियो कि वो आप तैयार होवे। उन्हें दसो कि आ हुण तू कपड़े ला ले, ये इस जगह ते जाने आ, जिथे मर्जी ने तू पुत्त सुट सकदा। जे तुसीं 3 साल के बच्चे नूं ट्रेन करोगे तो फिर 16 साल के बच्चे दे कमरे दे विच गंद नहीं तुहानूं मिलूगा, क्योंकि ओहदियां आदतां पक जाणगीਆਂ, वो टोकरी च सुट्टणगीਆਂ। पर साडा तां डिसिपलिन ही नहीं शुरू हुंदा 12 साल तो पहला। मेरे को एक दिन फोन आया, कहते हाँ जी तुसीं बलदेव बोलते हो? मैं कहा हाँ जी। कहते जी साडा सानू एक बड़ी प्रॉब्लम आ रही है। मैं कहा जी की हो गया? कहते जी साडा मुंडा उठदा नहीं गा, उन्होंने बहुत कहते अद्धा घंटा लगता सानू उठाउण नूं। मैं कहा जी अच्छा, ये तो मैं कहा बड़ी माड़ी गल है। मैं कहा किन्नी उम्र आ तुहाडे मुंडे दी? कहते जी 35 साल। मैं कहा 35 साल का मुंडा ही आ हजे वो? कहते हाँ जी। तो मैं क्या ब्याह भी होया? कहता हाँ जी, वो 2 बच्चे आ, वो उठ खड़ते आके, ये पता नहीं कहता क्यों नहीं उठता। मैं कहा तुसीं कौन फोन करदे हो? कहते जी मैं ओहदी मां। तो मैं कहा तुसीं काहते फोन करदे हो? आ हाल आ अपना। दिस इज ए रियलिटी। सौण दे उत्ते, उठण दे उत्ते प्रॉब्लम आ, आपां रोटी खाण दे उत्ते प्रॉब्लम आ, होमवर्क नहीं करता बच्चा ओहदी प्रॉब्लम आ। हुण एक मां कहती मैनू, कहती आखे साडे बच्चे नूं ना भुल्लण दी बहुत बीमारी आ। मैं कहा भुल्लण दी बीमारी आ? मैं कहा किवें? कहती होमवर्क करना भुल जांदा। मैं कहा होमवर्क करना भुल जांदा? मैं कहा कदे तुहानूं बच्चे ने कहा भी मैं ममा मैनूं याद ही नहीं रहा अपना टीवी शो देखना? कहती नहीं वो तां नहीं होया। तो मैं कहा मेमोरी दी की प्रॉब्लम आ? मेमोरी दी तां कोई प्रॉब्लम ही नहीं। वो कहती आ तां मैं सोचिया ही नहीं। कहती मैं कहा मेमोरी दी नहीं प्रॉब्लम। कहती फिर काहदी प्रॉब्लम आ? मैं कहा थोड़ी परवरिश दी।
कहती नहीं नहीं मेरा मुंडा नहीं कहती अखे होमवर्क करता। मैं कहा फिर प्रॉब्लम थोड़ी है ना जो मुंडा नहीं काम करता था। कहती पर मैं तो थोनों मुंडे की खातर फोन किया। मैं कहा मैं भी तो थोनों मुंडे के बारे दस रही हाँ, थोड़ी प्रॉब्लम आ तां करके तो मुंडा ऐ करी जाता। वो मेरे नाल लड़ पई कहती अखे मैं तो थोनों फोन किया भी तुसीं मैनूं चंगी राय दोगे। मैं कहा मैं थोनों चंगी राय तो देना, तुसीं अपने आप को चेंज करो। चेंज क्यों नहीं करते? मैं कहा तुसीं, मैं कहा ताकि थोड़ा बच्चा होनहार बने, थोड़ा कहना मने, थोड़ा बच्चा मतलब कि डिसिप्लिन होवे। आ प्रॉब्लम्स आपणियां क्योंकि अपनी प्रॉब्लम्स ये फंडामेंटल आ, इस करके आपां नूं प्रॉब्लम्स आउणगीਆਂ। ਜਿਹੜੀਆਂ ਕਾਮਨ ਪ੍ਰੋਬਲਮਸ ਆ ਲਿਸਨਿੰਗ ਦੀ ਵੀ ਆਪਾਂ ਨੇ ਗੱਲ ਕਰ ਲਈ। ਲੈਕ ਆਫ ਰਿਸਪੌਂਸਿਬਿਲਿਟੀ, ਇਹ ਕਿਉਂ ਹੁੰਦੀ ਆ ਲੈਕ ਆਫ ਰਿਸਪੌਂਸਿਬਿਲਿਟੀ? ਜ਼ਿੰਮੇਵਾਰੀ ਦਾ ਨਾ ਚੱਕਣਾ। ਕਿਉਂ? ਕਿਉਂਕਿ ਅਸੀਂ ਕਨਸਟੈਂਟ ਰਿਮਾਈਂਡਰ ਕਰਦੇ ਆ, ਅਸੀਂ ਬਾਰ-ਬਾਰ ਬੱਚੇ ਨੂੰ ਰਿਮਾਈਂਡ ਕਰਦੇ ਆ। ਬੱਚਾ ਸਵੇਰੇ ਬ੍ਰਸ਼ ਨਹੀਂ ਕਰਦਾ, ਅਸੀਂ ਕਹਿੰਦੇ ਪੁੱਤ ਬ੍ਰਸ਼ ਕਰ ਲਿਆ? ਹਾਂ ਬ੍ਰਸ਼ ਕਰਕੇ ਆਈ ਥੱਲੇ। हर रोज असी बच्चे नूं कहना पुत ब्रश करके आई थले, पुत ब्रश करके आई थले। बीबे बच्चे कपड़े चेंज कर लेंदे आ। आ जिहड़े रिमाइंडर्स आ ये तुहाडे बच्चे नूं डिस्ट्रॉय कर रहे आ। बंद कर दो, अज तो बाद रिमाइंडर नहीं देना। बिठा लो उहनूं, उनको पुत सवेरे उठ के तू थले जदों आएगा असी तेरे आ 5 दी लिस्ट बनी आ, असी चेक कर लांगे, नहीं तो तैनूं वापस जाना पऊगा। असी नहीं तैनूं दसना की मिसिंग आ, तेरी जिम्मेवारी आ, याद कर ला तेरी जिम्मेवारी है। मेरी नहीं जिम्मेवारी तेनू ये याद कराना कि तू ब्रश करके आया कर, ते तू कपड़े चेंज करके आया कर, ते तू अपने किताबां कतूबा टाइम से रखा कर। ते ये वा सो आ जिहड़े रिमाइंडर आ इन्हां नूं बंद कर दो। फिर हैगा चिल्ड्रन डिवेलप देयर ओन लाइफ स्टाइल। क्यों डिवेलप करते आप? हुण इहदे ते आपां थोड़ी जी गल कर लईए क्योंकि ये इंपॉर्टेंट आ। जिहड़ा बच्चा मां प्यो दे लाइफ स्टाइल नूं पसंद नहीं करता वो बाहर नूं भजूगा, ਉਹਦਾ ਘਰ ਜੀ नहीं लगना। और वो क्यों करता है? वो इस करके करता क्योंकि तुसी ਉਹਨੂੰ कॉन्स्टेंटली ਉਹਦਾ क्रिटिसिज्म करते हो। कॉन्स्टेंटली ਤੁਹਾਨੂੰ ਉਹਦਾ कुछ भी काम पसंद नहीं आता, तुसी कॉन्स्टेंटली कुछ ना कुछ नुक्ताचीनी करते हो। तू आ नहीं कीता, तू हुण लै बैठा ही होया सोफे ते, तू यार उठ के कुछ कर ही ला, तू यार ते 11 बज गए नहाता ही नहीं अज, तू यार नहा लिया कर, तू है ना की करदा रहना तू। अच्छा फिर हुण तू की करदा? अच्छा चल कुछ नहीं तो तू अपनी छोटी भैन नूं ही पढ़ा दे। जानी तुसी उस बच्चे नूं बहन नहीं देना। ते वो कहंदा भी मैं इस घर च नहीं रहना, इन्हां ने मैनूं दुखी कीता होया। वो फिर बाहर नूं भजदा। फिर तुसी कहंदे हो तू यार बाहर क्यों चलिया? वो कहंदा मैं उत्थे खेलण चलिया। अच्छा बस तुसी हुण सारी उम्र खेलदा ही रहना? लै असीं जदों तेरे जिन्ने सीगे असीं तां कई कुछ काम करदे हुंदे सीगे। आ जिहड़ा बच्चे दा लाइफ स्टाइल डिवेलप हुंदा कदों हुंदा? जदों तुसी उहनूं कॉन्स्टेंटली क्रिटिसाइज करते हो उस बच्चे की, हर एक गल का क्रिटिसिज्म होता। वो कहता यार मैं इस घर च ही नहीं रहना, कदों मैं बड़ा होवां ते कदों मैं जावां ते मुड़ के मैं कदे नहीं इन्हां नाल बोलना। इन्हां ने जिहड़ा मैनूं मतलब कि हरास कीता। सो इस करके जिहड़ा क्रिटिसिज्म आ उहनूं बड़े ध्यान नाल करना पैंदा। इट्स नॉट एन ईजी जॉब। एवें नहीं जदों जी कीता ते क्रिटिसाइज कर दो। फिर हैगा कि जे बच्चा इंपल्सिव होवे, वो कदों इंपल्सिव होता? जदों उहनूं तुसीं नैग करी तुरे जाने हो, करी तुरे जाने हो, उदों वो बच्चा इंपल्सिव अपनी परसनैलिटी डिवेलप करता। वो मतलब कि यकदम ही उहदा दिमाग च आया बाहर निकल गया। दैट्स इट। वो कहता इदों पहला उहदे दिमाग दे विच ऑलरेडी बनया होया भी मैनूं लगदा 4 वजण लगे आ, शाम होण लगी आ, हुण इहने मैनूं कहना मम ने कि तू यार काम कर लिया कर हुण। ते उदों पहला वो 4 वजण तो पहला वो 5-10 मिनट पहला ही उन्हें दरवाजा खोल के बाहर निकल के जाके बास्केटबॉल लैके ते वो अपना खेलन चले जाता। तो तुसीं कहंदे हो तू बाहर कदों चले गया था? पता ही नहीं लग्या। नाले तां तू कहंदा सी मैं होमवर्क करना। वो कहंदा बस मैं तां थोड़ी देर ही खेलन गया सीगा। सो इस करके जे वो नहीं लिसन करता तुसीं रिपीट नहीं करनी, ਉਹਦੇ कॉन्सिक्वेंसेस ला दो। जे वो जिम्मेवार इंसान नहीं गा तो तुसीं रिमाइंडर्स बंद कर दो, उन्हें याद नहीं कराना जिम्मेवारी की है। वो जदों नैक्सट बारी आऊगा थोड़े कोले
ਉਦੋਂ ਤੁਸੀਂ ਇਹਨੂੰ ਕਹੋ ਵੀ ਪਹਿਲਾਂ ਉਰੇ ਆ ਮੇਰੇ ਕੋਲੇ ਬੈਠ। ਤੈਨੂੰ ਕਿਹਾ ਸੀਗਾ ਨਾ ਵੀ ਤੇਰਾ ਕਮਰਾ ਬਿਲਕੁਲ ਸਾਫ਼ ਹੋਣਾ ਚਾਹੀਦਾ, ਕੋਈ ਫਰਸ਼ ਤੇ ਕੱਪੜੇ ਨਹੀਂ ਪਏ ਹੋਣੇ ਚਾਹੀਦੇ। ਉਹਨੇ ਕਹਿਣਾ ਸੀ ਹਾਂਜੀ। ਤਾਂ ਕਹਿ ਤੇਰੇ ਫਰਸ਼ ਤੇ ਕੱਪੜੇ ਪਏ ਆ? ਹਾਂਜੀ। ਤੇ ਫਿਰ ਤੂੰ ਹੁਣ ਮੇਰੇ ਤੋਂ $10 ਮੰਗਦਾ? ਹਾਂਜੀ। ਮੈਂ ਨਹੀਂ ਤੈਨੂੰ $10 ਦੇਣੇ ਜਦ ਤੱਕ ਕਮਰਾ ਨਹੀਂ ਤੇਰਾ ਸਾਫ਼ ਹੁੰਦਾ। ਜਾ। जब तक आप ये नहीं करते उदों तक आप बस गल्लां बातां ही कर रहे हैं, फिर अपनी मूंह दी निशानियां, फिर तुहाडा बच्चा बिगड़ूगा। ये नहीं काम करना। सो फाइनली इन जरा मतलब जस्ट टू एलैबोरेट इनो अगर आप कर रही एक तो रेपिटेशन, बार बार कुछ करना, रिपीट करी जानियां, वही गल्लां रिपीट करी जानियां, ये बहुत ज्यादा बच्चे लिए नुकसानदायक है। फिर बार बार याद कराना, रिमाइंडर देने, तू लेट हो गया, तू कल भी लेट हो गया सी, अज तो उठ खड़, कल नूं फिर तू लेट चले जाएगा। नैगिंग, उन्हें बैठण ही नहीं देना बच्चे नूं, कुछ ना कुछ उहदे ते थोपी रखना। फिर आ कॉन्स्टेंट क्रिटिसिज्म करना ते फिर मोह करना। इस आ जिहड़ियां चीज़ां सारी दियां सारियां नुकसानदायक बच्चे दे लई। ये बंद करो, जे तुसीं करदे हो तो बंद कर दो, ये नहीं चलनी। सो रीजन की आ, एक बच्चा गलत व्यवहार कदों करता ते क्यों करता, की उहदे रीजन की आ मिसबिहेवियर दे? लैक ऑफ डिसिप्लिन, अनरियलिस्टिक एक्सपेक्टेशंस। बच्चा मिसबिहेव करूगा जे उहदा डिसिप्लिन ही नहीं तुसीं सैट कीता। हुण डिसिप्लिन कदों सैट करना, किहड़ी उम्र च बच्चे नूं डिसिप्लिन करना? 0 तो लैके 6 साल तक जो कुछ तुसीं बच्चे नूं बना सकते हो पहले 6 साल च बन जाऊगा। उस तो बाद नहीं बच्चे की परसनैलिटी चेंज होनी। उस तो बाद असी माइन्यूट चेंजेस उहदे च लिया सकते हैं, पर कोर परसनैलिटी उहदी उस तरह की रहनी है। सो जिहड़े 0 to 6 आ वो बहुत इंपॉर्टेंट है। 0 to 6 ईयर वो बहुत इंपॉर्टेंट है। और ਉਹਦੇ ਵਿੱਚ ਹਸਬੈਂਡ ਤੇ ਵਾਈਫ ਦੋਨਾਂ ਦਾ ਬੱਚੇ ਦੀ ਪਰਵਰਿਸ਼ ਦੇ ਵਿੱਚ ਸਹਿਯੋਗ ਹੋਣਾ ਬਹੁਤ ਇੰਪੋਰਟੈਂਟ ਹੈ। ਮਾਂ ਦਾ ਵੀ ਬਹੁਤ ਰੋਲ ਆ ਤੇ ਫਾਦਰ ਦਾ ਵੀ ਬਹੁਤ ਰੋਲ ਆ। ਇਹ ਰਿਸਰਚ ਸਟੱਡੀਜ਼ ਹੋਣ ਤਾਂ ਆਪਣੀ, ਕਿਉਂਕਿ ਸਾਇੰਸ ਬਹੁਤ ਐਡਵਾਂਸ ਹੋ ਗਈ, ਉਹਨਾਂ ਨੇ ਦੇਖਿਆ ਕਿ ਜਦੋਂ ਫਾਦਰ ਬੱਚੇ ਨੂੰ ਟੱਚ ਕਰਦਾ ਤਾਂ ਬੱਚੇ ਦੇ ਦਿਮਾਗ ਦੇ ਡਿਫਰੈਂਟ ਏਰੀਆ ਦੇ ਵਿੱਚ ਬੱਚਾ ਰਿਐਕਟ ਕਰਦਾ, ਤੇ ਜਦੋਂ ਮਾਂ ਉਸੇ ਜਗ੍ਹਾ ਤੇ ਬੱਚੇ ਦੇ ਹੱਥ ਲਾਉਂਦੀ ਆ ਤਾਂ ਬੱਚੇ ਦੇ ਡਿਫਰੈਂਟ ਦਿਮਾਗ ਤੇ ਅਸਰ ਕਰਦਾ। ਇਹਦਾ ਮਤਲਬ ਬੱਚੇ ਨੂੰ ਆਲਰੇਡੀ ਪਤਾ ਕਿ ਇਹ ਮੇਰੀ ਮਾਂ ਦਾ ਹੱਥ ਨਹੀਂਗਾ, ਇਹ ਮੇਰੇ ਡੈਡੀ ਦਾ ਹੱਥ ਆ, ਤੇ ਉਹ ਚਾਹੁੰਦਾ ਵੀ ਮੇਰਾ ਡੈਡੀ ਮੈਨੂੰ ਹੱਥ ਲਾਵੇ। लेकिन ਆਪਾਂ नहीं लाते क्योंकि अपने कल्चरल बड़ियां लिमिटेशंस आ, बंदिशां, ਆਪਾਂ ਨੂੰ परवरिश नहीं मिलती बच्चे ਨੂੰ ਦੇ ਵਿੱਚ ਹਿੱਸਾ ਪਾਉਣ ਦੀ, ਬੜੀਆਂ ਆਪਾਂ ਨੂੰ डिफिकल्टीज आ इस चीज ਦੀਆਂ। सो ਅੱਜ ਆਪਾਂ ਨੇ ਇਹ ਸਿੱਖ ਲਿਆ कि 0 to 6 जिन्नी तवज्जो तुसी दे सकते हो बच्चे ते उन्नी तुसी तवज्जो दिओ, ताकि थोड़े बच्चे दी जिहड़ी कोर परसनैलिटी आ वो फर्स्ट क्लास डिवेलप हो। सो आ डिसिप्लिन की गल हुई। एक है अपन एक्सपैक्टेशंस। सो थोड़ी एक्सपैक्टेशंस की आ बच्चे तो, जो डॉक्टर बने, तो जो डॉक्टर ना बनया फिर की होगा? फिर की होगा? फिर की होगा? फिर कुछ माड़ा हो गया। जो कहना मैं तो आर्टिस्ट बनना, फिर की होगा? कोई माड़ी चीज है कि वो आर्टिस्ट बन गया। कि ਆਪਾਂ ਨੂੰ ਐਸ ਪੇਰੈਂਟਸ ਬੜੀ ਪ੍ਰੋਬਲਮ ਆਉਂਦੀ ਆ ਵੀ ਜਦੋਂ ਕੋਈ ਪੁੱਛਦਾ ਵੀ ਅੱਛਾ ਵੀ ਤੁਹਾਡਾ ਬੇਟਾ ਕੀ ਕਰਦਾ। ਮੇਰੇ ਨਾਲ ਬਹੁਤ ਵਾਰੀ ਹੁੰਦੀ ਆ ਕਿਉਂਕਿ ਮੇਰੇ ਦੋਨੋਂ ਬੇਟੇ ਆਰਟਿਸਟ ਆ। ਉਹ ਕਹਿੰਦੇ ਛੋਟਾ ਬੇਟਾ ਕੀ ਕਰਦਾ? ਮੈਂ ਕਿਹਾ ਜੀ ਉਹ ਵਿਜ਼ੂਅਲ ਆਰਟਿਸਟ ਆ, ਪੇਂਟਿੰਗਾਂ ਕਰਦਾ। ਅੱਛਾ ਕਹਿੰਦੇ ਉਹ ਤਾਂ ਕਰਦਾ ਪਰ ਕੰਮ ਕੀ ਕਰਦਾ? ਮੈਂ ਕਿਹਾ ਜੀ ਉਹ ਵਿਜ਼ੂਅਲ ਆਰਟਿਸਟ ਆ, ਪੇਂਟਿੰਗ ਉਹ ਆਰਟਿਸਟ ਆ, ਉਹ ਇਹੀ ਕੰਮ ਕਰਦਾ। ਅੱਛਾ ਫਿਰ ਉਹ ਚਿੱਤਰਕਾਰੀ ਹੀ ਕਰਦਾ? ਮੈਂ ਕਿਹਾ ਹਾਂਜੀ ਉਹ ਚਿੱਤਰਕਾਰੀ ਹੀ ਕਰਦਾ।
ਤੇ ਫਿਰ ਕਹਿੰਦਾ ਕਿੰਨੇ ਕੁ ਪੈਸੇ ਬਣਾ ਲੈਂਦਾ? ਮੈਂ ਕਿਹਾ ਜੀ ਬਾਹਲੇ ਨਹੀਂ ਬਣਾਉਂਦਾ। ਮੈਂ ਕਿਹਾ 20-25 ਹਜ਼ਾਰ ਡਾਲਰ ਕਮਾ ਲੈਂਦਾ ਹੋਊਗਾ ਸਾਲ ਦਾ, ਖਿੱਚ ਤੂੰ। ਅੱਛਾ ਫਿਰ ਤੁਸੀਂ ਉਹਨੂੰ ਚੇਂਜ ਨਹੀਂ ਕਰਨ ਨੂੰ ਕਹਿੰਦੇ? ਮੈਂ ਕਿਹਾ ਜੀ ਕਾਹਤੇ ਕਰਨਾ ਜਦੋਂ ਉਹਨੂੰ ਇਹ ਚੰਗੀ ਲੱਗਦੀ ਹੈ ਜ਼ਿੰਦਗੀ। ਤੇ ਉਹ ਉਮੀਦ ਰੱਖ ਕੇ ਆਉਂਦੇ ਆ ਮੇਰੇ ਕੋਲੇ ਵੀ ਮੇਰਾ ਇੰਨਾ ਨਾਂ ਕੈਨੇਡਾ 'ਚ ਵੀ ਇਹਦੇ ਬੱਚੇ ਤਾਂ ਜ਼ਰੂਰ ਟਾਪ ਕੀਤਾ ਹੋਣਾ ਕੋਈ ਆਕਸਫੋਰਡ ਯੂਨੀਵਰਸਿਟੀ। ਤੇ ਉਹ ਇੰਨੇ ਡਿਸਅਪਾਇੰਟ ਹੁੰਦੇ ਆ ਜਦੋਂ ਮੈਂ ਦੱਸਦਾ ਵੀ ਮੇਰੇ ਤਾਂ ਦੋਨੋਂ ਬੇਟੇ, ਇੱਕ ਮਿਊਜ਼ੀਸ਼ੀਅਨ ਆ ਤੇ ਇੱਕ ਉਹ। ਯਾਰ ਉਹ ਕਹਿੰਦੇ ਤੇਰੇ ਬੇਟੇ ਤੂੰ ਕਹਿੰਦੇ ਕਿ ਪਾਇਆ ਨਹੀਂ ਉਧਰ? ਮੈਂ ਕਿਹਾ ਜੀ ਉਹ ਨਹੀਂ, ਉਹਨਾਂ ਦੀ ਮੈਂ ਕਿਹਾ ਪਰਸਨੈਲਿਟੀ ਡੋਮੀਨੈਂਟ ਟ੍ਰੇਡ ਉਹਨਾਂ ਦਾ ਆਰਟ ਕਰਨੀ ਆ। ਉਹ ਫਿਰ ਉਦਾਸ ਹੁੰਦੇ ਆ, ਉਹ ਕਹਿੰਦੇ ਯਾਰ ਬੜੀ ਆਸ ਲੈ ਕੇ ਆਏ ਸੀਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਕਹਾਂਗੇ ਵੀ ਇਹਦੇ ਬੱਚਿਆਂ ਵਰਗੇ ਬਣੋ। ਇਹ ਟਰੂ ਆ, this is true how our community views it। ਉਹ ਕਿਸ ਤਰ੍ਹਾਂ ਉਹਨਾਂ ਦਾ ਉਹ ਹੁੰਦਾ, ਇਹ ਬਹੁਤ ਇੰਪੋਰਟੈਂਟ ਆ ਇਸ ਚੀਜ਼ ਨੂੰ ਦੇਖਣਾ। ਫਿਰ ਹੈਗੀ ਆ ਪੂਅਰ ਪ੍ਰੋਬਲਮ ਸੋਲਵਿੰਗ ਐਬਿਲਿਟੀ। ਤੁਸੀਂ ਮੁਸ਼ਕਲਾਂ ਦਾ ਹੱਲ ਕੱਢ ਸਕਦੇ ਹੋ ਕਿ ਗੱਲਾਂ ਕਰਨੀਆਂ? ਹੁਣ ਬੱਚਾ ਵਿਗੜ ਗਿਆ, ਸਕੂਲ ਨਹੀਂ ਜਾਂਦਾ, ਉਹਦੀ ਕੰਪਲੇਂਟ ਆ ਗਈ ਵੀ ਇਹ ਦੂਜੇ ਬੱਚਿਆਂ ਤੇ ਚਪੇੜਾ ਮਾਰ ਦਿੰਦਾ। ਹੁਣ ਤੁਸੀਂ ਕਹਿੰਦੇ ਹੋ ਵੀ ਤੂੰ ਯਾਰ ਤੂੰ ਅੱਗੇ ਤੋਂ ਆ ਕੰਮ ਨਾ ਕਰ, ਤੈਨੂੰ ਉਹਨਾਂ ਨੇ ਐਕਸਪੈਲ ਕਰ ਦੇਣਾ, ਫਿਰ ਤੈਨੂੰ ਕਿਸੇ ਹੋਰ ਸਕੂਲ 'ਚ ਪਾਉਣਾ ਪਊ ਜਾਂ ਤੈਨੂੰ ਸੋਸ਼ਲ ਵਰਕਰ ਕੋਲੇ ਜਾਣਾ ਪਊ ਤੇ ਤੇਰੀ ਕਾਉਂਸਲਿੰਗ ਹੋਊ, ਤੂੰ ਐ ਨਾ ਕਰਿਆ ਕਰ। ਤੇ ਉਹ ਕਹਿੰਦਾ ਠੀਕ ਆ ਮੈਂ ਨਹੀਂ ਕਰਦਾ। 2 ਹਫ਼ਤੇ ਬਾਅਦ ਫਿਰ ਉਹਦੀ ਆ ਜਾਂਦੀ ਆ ਵੀ ਇਹਨੇ ਫੇਰ ਕੁੱਟ ਸਕਿਆ। ਹੁਣ ਤੁਸੀਂ ਕੀ ਕਰੋਗੇ? ਫੇਰ ਗੱਲਾਂ ਕਰੋਗੇ ਉਹਦੇ ਨਾਲ ਕਿ ਉਹਦੇ ਕੋਈ ਸਰਟਨ ਐਕਸ਼ਨ ਲੈਣੇ ਪੈਣਗੇ। ਉਹ ਜਿਹੜੇ ਐਕਸ਼ਨ ਆ ਆਪਾਂ ਉਹਨਾਂ 'ਚ ਵੀਕ ਆ, ਆਪਾਂ ਐਕਸ਼ਨ ਨਹੀਂ ਲੈਂਦੇ, ਆਪਾਂ ਗੱਲਾਂ ਬਹੁਤ ਕਰਦੇ ਆ ਕਿਉਂਕਿ ਸਾਨੂੰ ਅਟੱਲ ਵਿਸ਼ਵਾਸ ਆ, ਬੜਾ ਡੀਪਲੀ ਇਨਗ੍ਰੇਨਡ ਵਿਸ਼ਵਾਸ ਆ ਕਿ ਅਸੀਂ ਗੱਲਾਂ ਨਾਲ ਮੁਸ਼ਕਲਾਂ ਹੱਲ ਕਰ ਲਵਾਂਗੇ, ਅਸੀਂ ਗੱਲਾਂ ਨਾਲ ਦੂਸਰੇ ਬੰਦੇ ਨੂੰ ਸਮਝਾ ਲਵਾਂਗੇ ਤੇ ਆਪਣੇ ਵਰਗਾ ਬਣਾ ਲਾਂਗੇ। ਸਾਨੂੰ ਇਹ ਡੀਪ ਵਿਸ਼ਵਾਸ ਆ ਤੇ ਮੈਂ ਤੁਹਾਨੂੰ ਅੱਜ ਇਹ ਦੱਸਣਾ ਚਾਹਣਾ ਕਿ ਗੱਲਾਂ ਨਾਲ ਕਲੇਸ਼ ਤਾਂ ਵੱਧ ਜਾਂਦਾ ਪਰ ਮੁਸ਼ਕਲ ਦਾ ਕੋਈ ਗਾਰੰਟੀ ਨਹੀਂ ਵੀ ਉਹ ਸੋਲਵ ਹੋ। ਕਲੇਸ਼ ਵੱਧ ਜਾਊਗਾ। ਸੋ ਇਹ ਮਾਡਲ ਗੁਰੂ ਸਾਹਿਬ ਨਹੀਂ ਕਹਿੰਦੇ, ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਤੁਸੀਂ ਗੱਲਾਂ ਕਰਕੇ ਮੁਸ਼ਕਲਾਂ ਸੋਲਵ ਕਰ ਲਓਗੇ। ਗੱਲਾਂ ਕਰਨ ਦਾ ਇੱਕ ਪਾਰਟਿਕੂਲਰ ਮਾਡਲ ਆ, ਉਹ ਮਾਡਲ ਨੂੰ ਤੁਹਾਨੂੰ ਅਪਲਾਈ ਕਰਨਾ ਪਊਗਾ ਜੇ ਤੁਸੀਂ ਮੁਸ਼ਕਲਾਂ ਦਾ ਹੱਲ ਚਾਹੁੰਦੇ ਹੋ। ਗੱਲਾਂ ਬਾਤਾਂ ਨਾਲ ਅਜੇ ਤੱਕ ਕੋਈ ਮੁਸ਼ਕਲ ਨਹੀਂ ਸੋਲਵ ਹੋਈ। ਆਪ ਪਿਛਲੇ 5000 ਸਾਲ ਤੋਂ ਤਾਂ ਇੰਡੀਆ 'ਚ ਕਾਸਟ ਸਿਸਟਮ ਨਹੀਂ ਖਤਮ ਹੋਈ, ਗੱਲਾਂ ਤਾਂ ਬਹੁਤ ਕਰਦੇ ਆ, ਗੱਲਾਂ ਤਾਂ ਹਜ਼ਾਰਾਂ ਹੁੰਦੀਆਂ। ਆਪਾਂ ਪੰਜਾਬ 'ਚ ਗੱਲਾਂ ਨਹੀਂ ਕਰਦੇ ਵੀ ਕੁੜੀਆਂ ਨਹੀਂ ਮਾਰਨੀਆਂ ਚਾਹੀਦੀਆਂ, ਤੇ ਆਪਣੇ ਪੰਜਾਬ 'ਚ ਵੀ ਤਾਂ ਕੁੜੀਆਂ ਮਾਰਦੇ ਆ। ਚੰਡੀਗੜ੍ਹ 'ਚ ਸਾਰਿਆਂ ਨਾਲ ਜ਼ਿਆਦਾ ਮਾਰਦੇ ਆ ਤੇ ਚੰਡੀਗੜ੍ਹ ਦੇ ਵਿੱਚ ਸਾਰਿਆਂ ਨਾਲ ਪੜ੍ਹੀ ਲਿਖੀ ਕੌਮ ਆ ਆਪਣੀ। ਉੱਥੇ ਰੇਸ਼ੋ 73 ਹੈਗੀਆਂ, 730 ਕੁੜੀਆਂ 1000 ਮੁੰਡਿਆਂ ਪਿੱਛੇ ਚੰਡੀਗੜ੍ਹ 'ਚ। ਤੇ ਕਿਉਂ ਕੁੜੀਆਂ ਮਾਰਦੇ ਆ? ਜੇ ਅਸੀਂ ਗੱਲਾਂ ਨਾਲ ਸਮਝਣਾ ਹੁੰਦਾ ਤਾਂ ਆਪਣੇ ਨੂੰ ਕਿੰਨੇ 100 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਬਣੇ ਨੂੰ। ਉਹਦੇ 'ਚ ਆਪਾਂ ਨੇ ਗੁਰੂ ਸਾਹਿਬ ਨੇ ਆਪਾਂ ਨੂੰ ਹਦਾਇਤ ਨਹੀਂ ਦਿੱਤੀ ਵੀ ਔਰਤਾਂ ਨੂੰ ਮੰਦਾ ਵੀ ਨਹੀਂ ਕਹਿਣਾ ਤੇ ਅਸੀਂ ਕੁੱਟਣੋਂ ਨਹੀਂ ਹਟਦੇ, ਜਾਲਣੋਂ ਨਹੀਂ ਹਟਦੇ। ਇਹਦਾ ਮਤਲਬ ਜਿਹੜੀ ਬੋਲਣ ਦੀ ਆ ਨਾ, ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਬੋਲਣਾ ਉਹਨਾਂ ਕਨਵਿੰਸਿੰਗ ਨਹੀਂ ਗਾ ਜਿੰਨਾ ਅਗਲੇ ਬੰਦੇ ਨੂੰ ਉਸ ਚੀਜ਼ ਤੇ ਅਮਲ ਕਰਨਾ। ਹੁਣ ਜੇ ਤੁਸੀਂ ਅੱਜ ਜਾ ਕੇ ਆਪਣੇ ਘਰਾਂ 'ਚ ਲਾਇਬ੍ਰੇਰੀਆਂ ਨਾ ਬਣਾਈਆਂ ਤਾਂ ਮੇਰੇ ਬੋਲਣ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਣੀ, ਕੋਈ ਅਹਿਮੀਅਤ ਨਹੀਂ ਰਹਿ ਜਾਣੀ ਇਹਦੀ। ਤੁਹਾਨੂੰ ਕੰਨਾਂ ਨੂੰ ਸੁਣਨ ਨੂੰ ਜ਼ਰੂਰ ਵਧੀਆ ਲੱਗਿਆ ਹੋਣਾ ਪਰ ਉਹਦੀ ਅਹਿਮੀਅਤ ਕੀ ਆ? ਉਹਦੀ ਕੱਖ ਵੀ ਨਹੀਂ ਗੀ। ਇਸੇ ਤਰ੍ਹਾਂ ਹੀ ਗੁਰਬਾਣੀ ਆ, ਜਦੋਂ ਆਪਣੇ ਵਿਚਾਰ ਹੁੰਦੇ ਆ, ਆਪਣੇ ਗ੍ਰੰਥੀ ਸਾਹਿਬ ਆਪਾਂ ਨੂੰ ਦੱਸਦੇ ਆ, ਆਪਣੇ ਕਥਾਵਾਚਕ ਦੱਸਦੇ ਆ, ਉਹਦਾ ਅਮਲ ਨਹੀਂ ਘਰ ਜਾ ਕੇ ਕਰਦੇ, ਬਸ ਉਹਦੇ ਕੰਮ ਖਤਮ ਹੋ ਜਾਂਦਾ। ਸੁਣਨ ਨੂੰ, ਕੰਨਾਂ ਨੂੰ ਸੁਣਨ ਨੂੰ। ਉਹ ਜੀ ਰਾਖੀ ਸਾਹਿਬ ਨੇ ਬਹੁਤ ਵਧੀਆ ਸ਼ਬਦ ਉਚਾਰਿਆ ਤੇ ਉਹ ਵੀ ਉਹਦੇ ਤੋਂ ਕੁਝ ਸਿੱਖ ਕੇ ਘਰ ਜਾ ਕੇ ਟ੍ਰਾਂਸਲੇਟ ਕਰਕੇ ਕੁਝ ਪ੍ਰੈਕਟੀਕਲ ਐਪਲੀਕੇਸ਼ਨ ਕੀਤੀ ਨਹੀਂ ਜੀ, ਉਹ ਨਹੀਂ, ਉਹ ਤਾਂ ਨਹੀਂ ਸਾਨੂੰ ਪਤਾ। ਸੋ ਐਜ਼ ਏ ਰਿਜ਼ਲਟ ਆ ਵੀ ਹੁਣ ਇਸੇ ਤਰ੍ਹਾਂ ਹੀ ਆ ਕਿ ਜੇ ਆਪਾਂ ਕੁਝ ਕਰਾਂਗੇ ਨਹੀਂ ਫਿਰ ਨਹੀਂ ਹੋਣਾ ਗੱਲ, then it doesn't work that way। ਤੇ ਫਾਈਨਲੀ ਆ ਆਪਣਾ ਇੱਕ ਪੂਰਾ ਟੌਪਿਕ ਆ ਆਪਣਾ ਇਮੋਸ਼ਨਲ ਇੰਟੈਲੀਜੈਂਸ ਦਾ। ਇਹਦੇ ਚ ਮੈਂ ਸਿਰਫ 2 ਚੀਜ਼ਾਂ ਦੱਸ ਦਿੰਦਾ। ਇੱਕ ਤਾਂ ਬੱਚੇ ਨੂੰ ਆਪਣਾ ਠਰਮਾ ਚਾਹੀਦਾ ਕਿ ਉਹ ਰੁਕ ਜਾਵੇ, ਉਹਨੂੰ ਕੰਟਰੋਲ ਚਾਹੀਦਾ। ਜੇ ਉਹਨੂੰ ਕੋਈ ਦੂਜਾ ਬੱਚਾ ਕਹਿੰਦਾ ਆਹ ਲੈ ਯਾਰ ਸਿਗਰਟ ਪੀ, ਤਾਂ ਆਪਣੇ ਬੱਚੇ ਨੂੰ ਚਾਹੀਦਾ ਵੀ ਸੌਰੀ ਆਈ ਡੋਂਟ ਸਮੋਕ।
ਇੰਨੀ ਕਾਬਲੀਅਤ ਚਾਹੀਦੀ ਆ ਉਹਦੇ 'ਚ, ਇੰਨੀ ਰਿਸਟ੍ਰੇਂਟ ਚਾਹੀਦੀ ਆ, ਉਹਨੇ ਰਿਸਟ੍ਰੇਂਟ ਕਰਨਾ ਆਪਣੇ ਆਪ ਨੂੰ। ਤੇ ਜੇ ਉਹ ਹੈ ਨਹੀਂ ਗੀ, ਆਹ ਚੀਜ਼ਾਂ ਅਸੀਂ ਇਮੋਸ਼ਨਲ ਇੰਟੈਲੀਜੈਂਸ ਡਿਵੈਲਪ ਨਹੀਂ ਕਰਦੇ ਬੱਚੇ 'ਚ। ਅਸੀਂ ਉਹਨੂੰ ਕਹਿੰਦੇ ਆ ਬਈ ਤੂੰ ਨਾ ਮਾੜੀ ਸੰਗਤ 'ਚ ਨਹੀਂ ਜਾਣਾ, ਪਰ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਮਾੜੀ ਸੰਗਤ ਕਿਹੜੀ ਆ। ਆ ਹੈਗਾ ਪਰਸਨੈਲਿਟੀ। ਮੈਂ ਤੁਹਾਨੂੰ ਦੱਸ ਦੇਣਾ ਪਰਸਨੈਲਿਟੀ ਕਿਵੇਂ ਬੱਚੇ ਦੀ ਬਣਦੀ ਆ। ਸੋ ਵੈਨ ਅ ਚਾਈਲਡ ਇਜ਼ ਬੋਰਨ ਹੀ অর ਸ਼ੀ ਹੈਜ਼ ਫੀਲਿੰਗਸ, ਉਹਨੂੰ ਸਿਰਫ ਉਹਦੀਆਂ ਭਾਵਨਾਵਾਂ ਹੁੰਦੀਆਂ ਬੱਚੇ ਦੀਆਂ ਜਦੋਂ ਜੰਮਦਾ। ਫਿਰ ਆਫਟਰ ਸਮ ਟਾਈਮਸ ਉਹਦੇ ਵਿਚਾਰ ਆਉਂਦੇ ਆ, ਫਿਰ ਥੋੜੀ ਦੇਰ ਬਾਅਦ ਉਹ ਲਫ਼ਜ਼ ਬੋਲਣ ਲੱਗਦਾ, ਫਿਰ ਤਿੰਨਾਂ ਨੂੰ ਉਹ ਜੋੜਦਾ, ਫਿਰ ਉਹ ਐਕਟ ਕਰਦਾ। ਜਦੋਂ ਮਾਂ ਕਹਿੰਦੀ ਹੈ ਵੀ ਤੈਨੂੰ ਆਈਸਕ੍ਰੀਮ ਨਹੀਂ ਮਿਲਣੀ, ਪਹਿਲਾਂ ਰੋਟੀ ਖਾ ਫਿਰ ਤੈਨੂੰ ਆਈਸਕ੍ਰੀਮ ਮਿਲੂਗੀ, ਉਹਦੀਆਂ ਫੀਲਿੰਗਸ ਨਿਕਲਦੀਆਂ, ਉਹਦੇ ਥਾਟਸ ਜੁੜਦੇ ਆ, ਉਹ ਫਿਰ ਗੁੱਸੇ ਹੁੰਦਾ, ਕੁਝ ਬੋਲਦਾ, ਬੁਰਾ ਭਲਾ ਰੋਂਦਾ, ਤੇ ਫਿਰ ਉਹ ਐਕਟ ਕਰਦਾ ਵੀ ਮੈਂ ਨਹੀਂ, ਹੁਣ ਮੈਨੂੰ ਤਾਂ ਤੁਸੀਂ ਦਿਓਗੇ ਤੇ ਤਾਂ ਮੈਂ ਚੁੱਪ ਕਰੂੰਗਾ। ਫਿਰ ਜੇ ਆਪਾਂ ਉਹਨੂੰ ਠੀਕ ਨਾ ਕੀਤਾ, ਫਿਰ ਉਹਦੀਆਂ ਉਹ ਆਦਤਾਂ ਬਣ ਜਾਣਗੀਆਂ। ਇੱਥੇ ਤੱਕ ਜਦੋਂ ਆਹ ਹੈਬਿਟਸ ਤੱਕ ਸਾਡੇ ਕੋਲੇ ਕੋਈ ਪਹੁੰਚ ਜਾਂਦਾ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ 'ਚ, ਉਹਨੂੰ ਅਸੀਂ ਠੀਕ ਕਰ ਲੈਂਦੇ ਆ। ਕੋਈ ਬੰਦਾ 20 ਸਾਲ ਸ਼ਰਾਬ ਪੀਂਦਾ, ਲੇਕਿਨ ਉਹਦੀ ਸਿਰਫ ਆਦਤ ਆ, ਫਿਰ ਅਸੀਂ ਉਹਨੂੰ ਚੇਂਜ ਕਰ ਸਕਦੇ ਹਾਂ। ਪਰ ਜਿੱਦਣ ਉਹਦੀ ਆਦਤਾਂ ਨੈਕਸਟ ਸਟੇਜ 'ਚ ਪਹੁੰਚ ਗਈਆਂ, ਉਹਦੀ ਪਰਸਨੈਲਿਟੀ ਬਣ ਗਈ, ਫਿਰ ਉਹਨੇ ਸ਼ਰਾਬ ਨਹੀਂ ਛੱਡਣੀ, ਫਿਰ ਉਹ ਮਰ ਜਾਊਗਾ। ਸੋ ਤੁਹਾਡੀ ਹੁਣ ਸਾਰਾ ਜ਼ੋਰ ਲੱਗਣਾ ਚਾਹੀਦਾ ਕਿ ਬੱਚੇ ਦੀ ਪਰਸਨੈਲਿਟੀ ਡਿਵੈਲਪ ਹੋਵੇ ਤਾਂ ਪੋਜ਼ਿਟਿਵ ਹੋਵੇ, ਨੈਗੇਟਿਵ ਨਾ ਹੋਵੇ। ਇਹ ਤੁਹਾਡਾ ਹੁਣ ਜ਼ੋਰ ਲੱਗਣਾ ਚਾਹੀਦਾ ਕਿ ਹੈਬਿਟਸ ਉਹਦੀਆਂ ਜਿਹੜੀਆਂ ਤੁਹਾਨੂੰ ਮਾੜੀਆਂ ਲੱਗਦੀਆਂ, ਹੁਣੇ ਇੱਕ ਲਿਸਟ ਬਣਾ ਲਓ ਤੇ ਉਹ ਮੇਰੇ ਨਾਲ ਗੱਲ ਕਰ ਲਿਓ, ਤੇ ਫਿਰ ਆਪਾਂ ਉਹਦੇ ਨਾਲ ਗੱਲ ਕਰਨੀ ਆ। ਮੇਰੇ ਪਾਸ 1-2 ਸਲਾਈਡਾਂ ਰਹਿ ਗਈਆਂ, ਫਿਰ ਆਪਾਂ ਕੁਐਸਚਨ ਆਨਸਰ ਕਰ ਲੈਂਦੇ ਆ। ਫਿਰ ਜੇ ਐਡਜਸਟਮੈਂਟ ਪ੍ਰੋਬਲਮਸ ਆ, ਇਹਦਾ ਬੱਚੇ ਤੇ ਅਪਬ੍ਰਿੰਗਿੰਗ ਤੇ ਫਰਕ ਪੈਂਦਾ। ਜੇ ਹਸਬੈਂਡ ਵਾਈਫ ਦੀ ਬਣਦੀ ਨਹੀਂ ਆਪਸ ਵਿੱਚ, ਬੱਚੇ ਤੇ ਇਫੈਕਟ ਪਊਗਾ। ਜੇ ਮਾਪਿਆਂ ਦੀ ਬੱਚਿਆਂ ਨਾਲ ਨਹੀਂ ਬਣਦੀ ਤਾਂ ਇਹਦੇ ਤੇ ਇਫੈਕਟ ਹੋਊਗਾ। ਜੇ ਤੁਹਾਡੇ ਘਰ ਸਾਂਝਾ ਪਰਿਵਾਰ ਆ, ਉਹਦੇ 'ਚ ਕਿਸੇ ਦੇ ਮੈਂਬਰਾਂ ਦੀ ਨਹੀਂ ਬਣਦੀ, ਉਹਦਾ ਬੱਚੇ ਤੇ ਇਫੈਕਟ ਹੋਊਗਾ। ਜੇ ਦੋਸਤ ਮਿੱਤਰਾਂ ਦੀ ਤੁਹਾਡੀ ਆਪਸ ਵਿੱਚ ਕੁਝ ਚੰਗੇ ਰਿਲੇਸ਼ਨਸ਼ਿਪ ਨਹੀਂ ਗਏ, ਪਰ ਤੁਹਾਨੂੰ ਰਿਲੇਟਿਵਸ ਨਾਲ ਮਿਲਣਾ ਹੀ ਪੈਂਦਾ, ਪਰ ਉਹਦਾ ਵੀ ਅਸਰ ਬੱਚਿਆਂ ਤੇ ਹੁੰਦਾ। ਸੋ ਇਹਨੂੰ ਕਹਿੰਦੇ ਆ ਐਡਜਸਟਮੈਂਟ ਪ੍ਰੋਬਲਮ। ਇਹ ਤੁਸੀਂ ਦੇਖਣਾ ਕਿ ਤੁਹਾਡੇ ਕਿਹੜੀਆਂ ਚੀਜ਼ਾਂ ਦਾ ਅਸਰ ਤੁਹਾਡੇ ਬੱਚਿਆਂ ਤੇ ਪੈ ਰਿਹਾ, ਉਹਨਾਂ ਨੂੰ ਆਪਾਂ ਨੂੰ ਚੇਂਜ ਕਰ ਲਈਏ। ਸੋ ਆ ਹੈਗਾ ਕਿ ਚੇਂਜ ਕਿਵੇਂ ਹੁੰਦੀ ਆ। ਆਪਣਾ ਬਲੀਫ ਸਿਸਟਮ ਚੇਂਜ ਹੋ ਸਕਦਾ ਜੇ ਤਾਂ ਤੁਹਾਨੂੰ ਇਹ ਲੱਗਿਆ ਇਹਦੇ 'ਚ, ਇਹਦਾ ਮਤਲਬ ਇਹ ਹੈਗਾ ਕੀ ਤੁਸੀਂ ਇਹ ਮੰਨਦੇ ਹੋ ਕਿ ਬੱਚਾ ਵੱਡਾ ਹੋ ਕੇ ਸਿੱਖੂਗਾ, ਕਿ ਕੀ ਤੁਸੀਂ ਇਹ ਮੰਨਦੇ ਹੋ ਕਿ ਜੋ ਕੁਝ ਤੁਸੀਂ ਸਿਖਾਇਆ ਉਹਦੇ ਅਸਰ ਤੇ ਬੱਚਾ ਵੱਡਾ ਹੋਊਗਾ। ਜੇ ਤਾਂ ਤੁਹਾਨੂੰ ਇਹ ਲੱਗਦਾ ਕਿ ਯਾਰ ਕਾਹਨੂੰ ਰਵਾਈ ਜਾਂਦੇ ਹੋ ਬੱਚੇ ਨੂੰ, ਚੁੱਪ ਕਰਾ ਦਿਓ, ਦੇ ਦਿਓ, ਇਹਨੂੰ ਕੁਝ ਨਹੀਂ ਹੋਣ ਲੱਗਿਆ, ਵੱਡਾ ਹੋ ਕੇ ਸਿੱਖ ਜੂ, ਜੇ ਤਾਂ ਤੁਹਾਡੇ ਇਹ ਡਾਇਲੌਗ ਆ, ਤਾਂ ਇਹ ਤੁਹਾਡੇ ਬੱਚੇ ਦੀ ਪਰਸਨੈਲਿਟੀ ਗਲਤ ਡਿਵੈਲਪ ਕਰੂਗਾ ਹੀ ਕਰੂਗਾ। ਇਹ ਵਿਚਾਰ ਪਹਿਲਾਂ ਤਾਂ ਇਹ ਵਿਚਾਰ, ਇਹ ਬਿਲੀਫ ਸਿਸਟਮ ਨੂੰ ਚੇਂਜ ਕਰ ਲਓ, ਰਾਈਟ। ਸੋ ਇਹ ਬਿਲੀਫ ਸਿਸਟਮ ਨੂੰ ਆਪਾਂ ਚੇਂਜ ਕਰ ਲਈਏ ਤਾਂ ਇਹ ਤੁਹਾਡੇ ਵਾਸਤੇ ਫਾਇਦੇਮੰਦ ਆ। ਸੈਕੰਡ ਚੀਜ਼ ਹੈਗੀ ਆ ਕੀ ਤੁਹਾਡੀਆਂ ਕਲਚਰਲ ਵੈਲਿਊਜ਼ ਜਿਹੜੀਆਂ ਸੱਭਿਆਚਾਰਕ ਕਦਰਾਂ ਕੀਮਤਾਂ, ਕੀ ਉਹਦੇ 'ਚ ਡਿਸਕਨੈਕਟ ਆ। ਡਿਸਕਨੈਕਟ ਦਾ ਮਤਲਬ ਹੈਗਾ ਕਿ ਕੀ ਉਹ ਵਾਕਿਆ ਹੀ ਹਿਊਮਨ ਵੈਲਿਊਜ਼ ਜਿਹੜੀਆਂ ਦੁਨਿਆਵੀ ਕਦਰਾਂ ਕੀਮਤਾਂ, ਕਿਉਂਕਿ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ ਉਹਦੇ ਤੇ ਸਿੱਖ ਦੀ ਗੱਲ ਘੱਟ ਆਈ ਆ, ਪੂਰੀ ਮਨੁੱਖਤਾ ਤੇ ਕਾਇਨਾਤ ਦੀ ਗੱਲ ਜ਼ਿਆਦਾ ਕੀਤੀ ਆ ਗੁਰੂ ਸਾਹਿਬ ਨੇ। ਉਹਨਾਂ ਨੇ ਜਦੋਂ ਆਹ ਵਾਕ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਇਹ ਮਾਨਸ ਪ੍ਰਧਾਨ, ਇਹ 'ਚ ਸਿੱਖ ਦੀ ਤਾਂ ਕੁਛ ਨਹੀਂ ਗਾ, ਇਹ ਤਾਂ ਮਾਨਸ ਦੀ ਗੱਲ ਕੀਤੀ ਆ ਉਹਨਾਂ ਨੇ। ਸੋ ਹੁਣ ਜਿਹੜੀਆਂ ਸੱਭਿਆਚਾਰਕ ਕਦਰਾਂ ਕੀਮਤਾਂ, ਮਿਸਾਲ ਦੇ ਤੌਰ ਤੇ ਆਪਾਂ ਨੇ ਦਾਜ ਦਹੇਜ ਆਪਣੇ ਪਰਿਵਾਰਾਂ ਦੇ ਵਿੱਚ ਜਿਹੜੇ ਬਜ਼ੁਰਗ ਆ ਉਹਨਾਂ ਦੀਆਂ ਹਜੇ ਵੀ ਵਿਚਾਰਧਾਰਾ ਇਹੋ ਜਿਹੀਆਂ ਬਣੀਆਂ ਹੋਈਆਂ ਵੀ ਨਹੀਂ ਯਾਰ ਦਾਜ ਦਹੇਜ ਤਾਂ ਹੁੰਦਾ ਹੀ ਆ, ਇਹਦੇ ਬਿਨਾਂ ਤਾਂ ਕੋਈ ਗੱਲ ਨਹੀਂ ਬਣਨੀ।
ਜਾਂ मतलब कि ये जिहड़ी जात बनी हुई आ ये तां यार जट्टां दा विआह तां जट्टां च ही होऊगा ते रामगढ़िया दा विआह तां रामगढ़िया च ही होऊगा ते आ जिहड़ियां सारियां रवायतां ते ये सिख धर्म दे कॉन्ट्राडिक्टरी आ। ਤੇ ਜਦੋਂ ਬੱਚਾ ਤੁਹਾਡਾ ਆਸਟ੍ਰੇਲੀਆ ਦੇ ਵਿੱਚ ਵੱਡਾ ਹੋਊਗਾ ਤੇ ਉਹਨੂੰ ਉੱਚ ਵਿਦਿਆ 'ਚ ਜਦੋਂ ਜਾਊਗਾ ਤੇ ਉਦੋਂ ਇਹ ਚੀਜ਼ਾਂ ਉਹਨੂੰ ਪੜ੍ਹਨ ਨੂੰ ਮਿਲਣਗੀਆਂ ਤੇ ਉਦੋਂ ਤੁਹਾਡਾ ਜਿਹੜਾ ਸਿਖਾਇਆ ਹੋਇਆ ਵੀ ਅਸੀਂ ਫਲਾਣੇ ਆ ਤੇ ਤੂੰ ਆਪਣੀ ਉਹਦੇ 'ਚ ਵਿਆਹ ਕਰਨਾ ਤੇ ਉਧਰੋਂ ਜਿਹੜਾ ਉਹ ਯੂਨੀਵਰਸਿਟੀ 'ਚ ਸਿੱਖੂਗਾ ਉਹਦੇ 'ਚ ਡਿਸਕਨੈਕਟ ਹੋ ਜੂ। ਜਦੋਂ ਉਹਦੇ 'ਚ ਡਿਸਕਨੈਕਟ ਹੋ ਜੂਗਾ ਤੇ ਤੁਹਾਡੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਜ਼ੀਰੋ ਹੋ ਜੂ। ਜਦੋਂ ਤੁਹਾਡੀ ਕ੍ਰੈਡੀਬਿਲਿਟੀ ਜ਼ੀਰੋ ਹੋ ਜੂ ਉਹਨੇ ਕਹਿਣਾ ਯਾਰ ਮੇਰੇ ਮਾਪਿਆਂ ਨੂੰ ਕੁਝ ਨਹੀਂ ਪਤਾ ਐਵੇਂ ਮਾਰਦੇ ਰਹਿੰਦੇ ਆ। सो ਇਹਦਾ मतलब ਜਿਹੜਾ ਕੁਝ ਤੁਸੀਂ ਸਿਖਾਣਾ ਮੇਕ ਸ਼ੋਰ ਕਿ ਤੁਹਾਨੂੰ ਉਹ ਵਾਪਸ ਨਾ ਆ ਜਾਵੇ ਗੋਲ ਚੱਕਰ ਕੱਢ ਕੇ। ਤੇ ਫਾਈਨਲ ਹੈਗਾ ਕਿ ਕੁਝ ਚੀਜ਼ਾਂ ਐਸੀਆਂ ਕਿ ਜਦੋਂ ਬੱਚੇ ਦਾ ਵਿਗੜਦਾ ਤੁਸੀਂ ਬਾਹਲੀ ਦੇਰ ਵੇਟ ਨਾ ਕਰੋ, ਡਾਕਟਰ ਕੋਲੇ ਚਲੇ ਜਾਓ ਆਪਣੇ, ਉਹਨੂੰ ਕਹੋ ਵੀ ਅੱਜ ਸਾਡਾ ਬੱਚਾ ਯਾਰ ਆਹ ਪ੍ਰੋਬਲਮਸ ਹੋ ਰਹੀਆਂ ਸਾਡੇ ਬੱਚੇ ਨੂੰ, ਪਲੀਜ਼ ਇਹਨੂੰ ਕੁਝ ਸਾਨੂੰ ਗਾਈਡ ਕਰੋ। ਸਕੂਲ ਦੇ ਪ੍ਰਿੰਸੀਪਲ ਕੋਲੇ ਚਲੇ ਜਾਓ, ਉਹਨਾਂ ਕੋਲੇ ਬਹੁਤ ਤਜਰਬਾ ਹੁੰਦਾ ਬੱਚਿਆਂ ਦਾ। ਸੋਸ਼ਲ ਵਰਕਰ ਕੋਲੇ ਚਲੇ ਜਾਓ, ਸਾਈਕਾਇਟਰਿਸਟ ਕੋਲੇ ਚਲੇ ਜਾਓ। ਤੁਸੀਂ ਬੱਚੇ ਨੂੰ ਨਹੀਂ ਲੈ ਕੇ ਜਾਣਾ, ਤੁਸੀਂ ਆਪ ਜਾਣਾ। ਤੁਸੀਂ ਉਹਨੂੰ ਕਹੋ ਮੈਨੂੰ ਟ੍ਰੇਨ ਕਰ, ਮੈਂ ਆਪਣੇ ਬੱਚੇ ਨੂੰ ਆਪੇ ਚੇਂਜ ਕਰੂੰ। ਬਹੁਤੀ ਵਾਰੀ ਮੈਂ ਬੱਚਿਆਂ ਨੂੰ ਦੇਖਦਾ ਨਹੀਂ ਕਿਉਂਕਿ ਤੁਹਾਡੀ ਪਾਵਰ ਖਤਮ ਹੋ ਜੂਗੀ ਜੇ ਮੈਂ ਤੁਹਾਨੂੰ ਦੇਖਣ ਲੱਗ ਗਿਆ ਤੇ ਬੱਚੇ ਨੂੰ ਇਹ ਪਤਾ ਲੱਗ ਗਿਆ ਯਾਰ ਮੇਰਾ ਡੈਡੀ ਤਾਂ ਆਪ ਕਾਉਂਸਲਿੰਗ ਲਈ ਜਾਂਦਾ, ਇਹਨੇ ਕੀ ਮੈਨੂੰ ਪੇਰੈਂਟਿੰਗ ਕਰਨੀ ਹੈ। ਇਸ ਕਰਕੇ ਬਿਲਕੁਲ ਨਹੀਂ ਬੱਚੇ ਨੂੰ ਦੱਸਣਾ ਵੀ ਕੋਈ ਪ੍ਰੋਬਲਮ। ਤੁਸੀਂ ਮੇਰੇ ਨਾਲ ਗੁਪਤ ਰੂਪ ਦੇ ਵਿੱਚ ਕੌਨਫੀਡੈਂਸ਼ੀਅਲੀ ਤੁਸੀਂ ਮੇਰੇ ਨਾਲ ਗੱਲ ਕਰ ਲਓ। ਅਦਰ ਦੈਨ ਦੈਟ ਤੁਸੀਂ ਬੱਚੇ ਨੂੰ ਨਹੀਂ ਦੱਸਣਾ ਵੀ ਤੁਸੀਂ ਕੀ ਕਰ ਰਹੇ ਹੋ। ਤੁਹਾਨੂੰ ਅਸੀਂ ਟ੍ਰੇਨ ਕਰ ਦਾਂਗੇ ਕਿ ਤੁਸੀਂ ਬੱਚੇ ਨੂੰ ਕਿਵੇਂ ਪਾਲਣਾ ਕਰਨੀ ਹੈ। ਅਸੀਂ ਮੈਂ ਕੀ ਰਿਕਮੈਂਡ ਕਰਦਾ ਕਿ ਵਟ ਡੂ ਯੂ ਵਾਂਟ ਯੂਰ ਚਾਈਲਡ ਟੂ ਬੀ, ਤੁਸੀਂ ਇਹ ਕਲੀਅਰ ਕਰਨਾ। ਗੁੱਡ ਐਜੂਕੇਸ਼ਨ ਕਿ ਮੇਕਿੰਗ ਗੁੱਡ ਮਨੀ, ਜਾਂ ਤੁਸੀਂ ਕੰਪੈਸ਼ਨੇਟ, ਕਾਈਂਡ, ਕੇਅਰਿੰਗ, ਟਰੂਥਫੁਲ, ਫॉरगिविंग, full of contentment, wise, able to make the right decision at the right time, courageous enough to say what is right and what is wrong। ਇਹ ਤੁਸੀਂ ਡਿਸਾਈਡ ਕਰਨਾ ਵੀ ਤੁਸੀਂ ਕੀ ਚਾਹੁੰਦੇ ਹੋ। ਤੇ ਸਮਰੀ ਦੇ ਵਿੱਚ allow children to make mistakes, be a coach to them, don't be a friend to them। ਤੁਸੀਂ ਫਰੈਂਡ ਨਹੀਂ ਗਏ ਉਹਦੇ, ਤੁਸੀਂ ਕੋਚ ਹੋ। challenge them with responsibilities which are age appropriate। ਸੋ ਜਿੰਨੀ ਉਹਦੀ ਉਮਰ ਆ, ਜੇ 2 ਸਾਲ ਦਾ ਬੱਚਾ ਉਹਨੂੰ 2 ਸਾਲ ਦੀ ਜ਼ਿੰਮੇਵਾਰੀ ਦਿਓ, 1 ਸਾਲ ਦਾ ਬੱਚਾ 1 ਸਾਲ ਦੀ ਜ਼ਿੰਮੇਵਾਰੀ ਦਿਓ, 6 ਸਾਲ ਦਾ 6 ਸਾਲ ਦੀ ਜ਼ਿੰਮੇਵਾਰੀ ਦਿਓ, 10 ਸਾਲ ਦਾ ਉਹਨੂੰ ਕਹਿ ਕੇ ਆਪਣਾ ਬ੍ਰੇਕਫਾਸਟ ਆਪੇ ਬਣਾ, ਉੱਠਣਾ ਟੱਬ ਸਾਫ਼ ਕਰਨਾ ਕੇ 10 ਸਾਲ ਦੇ ਬੱਚੇ ਨੂੰ। 6 ਸਾਲ ਦਾ ਬੱਚਾ ਸਾਡੀ ਮਤਲਬ ਕਿ 5 ਸਾਲ ਦੀ ਆ ਮੇਰੀ ਪੋਤੀ, ਉਹਨੂੰ ਉਹਦੇ ਮਾਪਿਓ ਸਾਡੇ ਨਾਲ ਹੀ ਰਹਿੰਦੇ ਆ, ਉਹ ਆਪਣਾ ਉਹਨਾਂ ਦੇ ਮਾਪਿਓ ਉਹਨੂੰ ਦੇ ਦਿੰਦੇ ਆ ਵੀ ਆਹ ਲੈ ਸ਼ਿਮਲਾ ਮਿਰਚ ਇੰਨੇ ਇੰਨੇ ਪੀਸ ਕੱਟ ਦੇ, ਉਹ ਬੜੇ ਸੋਹਣੇ ਕੱਟ ਦਿੰਦੀ ਆ, ਉਹ ਗਾਜਰ ਕੱਟ ਦਿੰਦੀ ਆ, ਖੀਰਾ ਕੱਟ ਦਿੰਦੀ ਆ, ਪਲੇਟਾਂ ਲਾ ਲੈਂਦੀ ਆ। 5 ਸਾਲ ਦੀ ਆ, 6 ਸਾਲ ਦੀ ਹੋਣਾ ਉਹਨੇ ਅਪ੍ਰੈਲ ਚ, ਐਂਡ ਆਫ ਅਪ੍ਰੈਲ 27 ਨੂੰ। ਬੜੇ ਸੋਹਣਾ ਕੰਮ ਕਰ ਲੈਂਦੀ ਆ ਉਹ, ਬੜੀ ਸੋਹਣੇ ਕੰਮ। ਭਾਂਡੇ ਮਾਂਜਣ ਨੂੰ ਦੇ ਦਿੰਦੀ ਆ ਉਹਨਾਂ ਦੀ ਦਾਦੀ ਵੀ ਆਹ ਲੈ ਭਾਂਡੇ ਮਾਂਜ ਸੋਲੇ, ਉਹ ਫਿਰ ਸਵੇਰੇ ਲੱਗ ਜਾਂਦੀ ਹੈ ਭਾਂਡੇ ਮਾਂਜਣ। ਹਾਂ ਠੀਕ ਆ, ਹਜੇ ਉਹਦੇ ਤੋਂ ਪੂਰੀ ਤਰ੍ਹਾਂ ਸਾਫ਼ ਨਹੀਂ ਹੁੰਦੇ, ਪਰ ਸ਼ੀ ਡਜ਼ ਇਟ ਕਿਉਂਕਿ ਉਹ ਟ੍ਰੇਨ ਕੀਤਾ ਹੋਇਆ ਉਹਨਾਂ ਨੇ। ਸੋ ਦੈਟ ਇਜ਼ ਇੰਪੋਰਟੈਂਟ। ਸੋ ਇਹ ਮੇਰੀ ਅੱਜ ਦੀ ਪ੍ਰੈਜੈਂਟੇਸ਼ਨ ਸੀ, ਕਿਉਂਕਿ ਆਪਣੇ ਕੋਲ ਟਾਈਮ ਦੀ ਉਹਨਾਂ ਹੁੰਦਾ ਤੇ ਫਿਰ ਆਪਾਂ ਨੈਕਸਟ ਕਰ ਲਾਂਗੇ। ਮੇਰਾ ਖਿਆਲ ਦਿਸ ਇਜ਼ ਇਟ। ਤੇ ਹੁਣ ਆਪਾਂ ਮੇਰਾ ਖਿਆਲ ਚ ਆਪਾਂ ਕੁਐਸਚਨ ਆਨਸਰਸ ਪੁੱਛ ਲਈਏ। ਤੁਸੀਂ